You are listening to the online streaming service from Emmanuel Church, Handsworth, Birmingham, UK. ਸਾਨੂੰ ਸਾਰਿਆਂ ਨੂੰ ਪਤਾ ਕਿ ਜੋ ਇਹ ਸਾਲ ਬੀਤਿਆ ਹੈ, ਸਮਾਂ ਬੀਤਿਆ, ਬੜਾ ਅਜੀਬ ਜਿਹਾ ਇਹ ਸਮਾਂ ਸੀਗਾ। ਔਰ ਜੋ ਇਸ ਟਾਈਮ ਦੇ ਮੁਤਾਬਕ ਜਿਹੜੀ ਪੰਜਾਬੀ ਕਈ ਵਾਰੀ ਆਪਣੇ ਜਿਹੜੇ ਵਿਆਹ ਸ਼ਾਦੀਆਂ ਹੁੰਦੀਆਂ ਉਹ ਵੀ ਨਹੀਂ ਦੇਖ ਸਕੇ। ਔਰ ਉੱਥੇ ਜਦੋਂ ਆਪਾਂ ਜਾਂਦੇ ਕਈ ਵਾਰੀ ਤਾਂ ਉੱਥੇ ਸਾਡੀ ਇਹ ਤਮੰਨਾ ਹੁੰਦੀ ਕਿ ਜਦੋਂ ਖਾਸ ਕਰਕੇ ਖਾਣ ਪੀਣ ਦਾ ਹੁੰਦਾ ਟਾਈਮ, ਅਤੇ ਉੱਥੇ ਕਹਿੰਦੇ ਨੇ ਵੀ ਅਸੀਂ ਉਸ ਟੇਬਲ 'ਤੇ ਬੈਠੇ ਜਿੱਥੇ ਸਾਨੂੰ ਗਰਮ ਗਰਮ ਖਾਣਾ ਆ ਜਾਵੇ ਜਾਂ ਪਹਿਲਾਂ ਸ਼ੁਰੂ ਹੋ ਜਾਵੇ। ਅਤੇ ਬਹੁਤ ਅੱਛੀ ਗੱਲ ਆ ਕਿ ਇਹ ਜਿਹੜਾ ਅੱਜ ਸਾਰੇ ਤਿਆਰ ਹੋ ਕੇ ਤੁਸੀਂ ਇਸ ਮੀਟਿੰਗ ਦੇ ਵਿੱਚ ਜੋ ਮੈਨੂਅਲ ਚਰਚ ਵੱਲੋਂ ਸ਼ਾਮਲ ਹੋ ਰਹੀ ਹੈ, ਇਹ ਜੋ ਸਰੀਰਕ ਖਾਣਾ ਆ ਉਹਦੇ ਨਾਲੋਂ ਵੀ ਇਹ ਬੜਾ ਜ਼ਰੂਰੀ ਸਾਡੇ ਵਾਸਤੇ ਹੋਣਾ ਚਾਹੀਦਾ ਆ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜੀਵਨ ਦੀ ਰੋਟੀ ਮੈਂ ਹਾਂ। ਔਰ ਜਦੋਂ ਅਸੀਂ ਆਉਂਦੇ ਹਾਂ, ਪ੍ਰਭੂ ਦੇ ਵਚਨ ਨੂੰ ਸੁਣਦੇ ਹਾਂ, ਖਾਂਦੇ ਹਾਂ, ਅਤੇ ਜ਼ਰੂਰ ਸਾਨੂੰ ਪ੍ਰਭੂ ਬਰਕਤ ਦਿੰਦਾ। ਸੋ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਜੋ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਰਹੇ ਆ ਉਹਨਾਂ ਦਾ ਸਵਾਗਤ ਕਰਦੇ ਹਾਂ। ਔਰ ਅਗਰ ਕੋਈ ਪਹਿਲੀ ਵਾਰੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਰਿਹਾ ਤਾਂ ਜ਼ਰੂਰ ਪ੍ਰਭੂ ਤੁਹਾਨੂੰ ਬਰਕਤ ਦੇਵੇ, ਔਰ ਫਿਰ ਦੁਬਾਰਾ ਤੁਸੀਂ ਇਹ ਜ਼ਰੂਰ 'ਚ ਸ਼ਾਮਲ ਹੋਵੋਗੇ। ਅਸੀਂ ਇੱਕ ਐਤ ਪੜ੍ਹਦੇ ਹਾਂ ਪ੍ਰਭੂ ਦੇ ਵਚਨਾਂ ਦੇ ਵਿੱਚੋਂ, ਜੋ ਪਹਿਲਾ ਕਰੰਥੀਆਂ ਉਹਦੀ ਪਹਿਲੇ ਅਧਿਆਇ ਦੀ 18 ਐਤ। ਔਰ ਇੱਥੇ ਲਿਖਿਆ ਹੋਇਆ, ਸਲੀਬ ਦੀ ਕਥਾ ਤਾਂ ਉਹਨਾਂ ਦੇ ਭਾਣੇ ਜਿਹੜੇ ਨਾਸ਼ ਹੋ ਰਹੇ ਹਨ ਮੂਰਖਤਾਈ ਹੈ, ਪਰੰਤੂ ਸਾਡੇ ਭਾਣੇ ਜਿਹੜੇ ਬਚਾਏ ਜਾਂਦੇ ਹਨ ਉਹ ਪਰਮੇਸ਼ਰ ਦੀ ਸ਼ਕਤੀ ਹੈ। ਅੱਜ ਦੁਨੀਆ ਦੇ ਵਿੱਚ ਜੇ ਕਿਸੇ ਨਾਲ ਗੱਲ ਕੀਤੀ ਜਾਵੇ ਕਿ ਪ੍ਰਭੂ ਯਿਸੂ ਮਸੀਹ ਦਾ ਜੋ ਸਲੀਬ ਆ ਉਹਦੇ ਦੁਆਰਾ ਪਰਮੇਸ਼ਰ ਨੇ ਇਨਸਾਨ ਦੇ ਵਾਸਤੇ ਰਾਹ ਤਿਆਰ ਕੀਤਾ ਆ, ਅਤੇ ਜਿਸ ਤਰ੍ਹਾਂ ਇੱਥੇ ਲਿਖਿਆ ਹੋਇਆ, ਵਾਕਿਆ ਜਿਹੜੇ ਲੋਕ ਆ ਬਹੁਤ ਸਾਰੇ ਦੁਨੀਆ ਦੇ, ਉਹਨਾਂ ਦੇ ਵਾਸਤੇ ਮੂਰਖਤਾ ਦੀ ਗੱਲ ਆ। ਪਰ ਜੋ ਪ੍ਰਭੂ ਯਿਸੂ ਮਸੀਹ ਦਾ ਆਨੰਦ ਮਾਣ ਲੈਂਦੇ ਆ, ਜਿਹੜਾ ਨਵਾਂ ਜਨਮ ਪਾ ਕੇ, ਜਿਹਨਾਂ ਨੂੰ ਪਤਾ ਲੱਗ ਜਾਂਦਾ ਕਿ ਪ੍ਰਭੂ ਯਿਸੂ ਮਸੀਹ ਦਾ ਸਲੀਬ 'ਤੇ ਜਾਣਾ ਉਹਦੇ ਆਪਣੇ ਕੋਈ ਪਾਪ ਗੁਨਾਹ ਦਾ ਨਹੀਂ ਸੀ, ਪਰ ਉਹ ਮੇਰੇ ਵਰਗੇ, ਜੋ ਤੁਹਾਡੇ ਵਰਗੇ, ਜੋ ਵੀ ਕੋਈ ਵਿਸ਼ਵਾਸ ਕਰਦਾ ਜਿਹੜਾ ਬਚਾਇਆ ਜਾਂਦਾ, ਉਹਨੂੰ ਫਿਰ ਖੁਸ਼ੀ ਅਤੇ ਆਨੰਦ ਮਿਲ ਜਾਂਦਾ ਆ। ਔਰ ਫਿਰ ਪਤਾ ਲੱਗਦਾ ਕਿ ਸਲੀਬ ਦੁਆਰਾ ਹੀ ਇਨਸਾਨ ਦੀ ਮੁਕਤੀ ਮਿਲਦੀ ਆ। ਸੋ ਇਹਨਾਂ ਲਫ਼ਜ਼ਾਂ ਨੂੰ ਅਸੀਂ ਯਾਦ ਰੱਖਦੇ ਹੋਏ ਆਓ ਅਸੀਂ ਜੋ ਪਹਿਲਾ ਗੀਤ ਆ ਸਕਰੀਨ 'ਤੇ ਆਊਗਾ, ਉਹਦੇ ਵਿੱਚ ਅਸੀਂ ਰਲ ਕੇ ਦੇ ਵਿੱਚ ਸਾਰੇ ਸ਼ਾਮਲ ਹੋਵਾਂਗੇ। प्रेम है मेरे दिल में, आनंद ही आनंद है। एक दिन तेरा दर्शन पाया, आपको अपने मैंने नकारा। तेरी दया है बड़ी यीशु जी, तेरी दया है बड़ी। प्रेम 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 है मेरे दिल में, आनंद ही आनंद है। स्वर्ग में सबका प्यारा तू है, मुझ नीच से प्यार किया क्यों? क्या कभी तेरे प्रेम को है प्रभु मैं समझूं? प्रेम 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 है मेरे दिल में, आनंद ही आनंद है। तेरे बिना मैं भटक गया था, मैं अभागा बना था। अपनाया तूने यीशु जी, अपनाया तूने। प्रेम प्रेम प्रेम
इस संसार की माया सारी घास के फूल की नाई है झरती, लेकिन तू है अटल यीशु जी, लेकिन तू है अटल। प्रेम 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 है मेरे दिल में, आनंद ही आनंद है, आनंद ही आनंद है। ਹੁਣ ਅਸੀਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਵਿੱਚ ਆਉਣਾ ਹੈ। ਸਵਰਗੀ ਪਿਤਾ ਜਿੰਦਾ ਪਰਮੇਸ਼ਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਸੱਚਮੁੱਚ ਤੁਸੀਂ ਪ੍ਰਭੂ ਜੀ ਉਪਾਸਨਾ ਦੇ ਯੋਗ ਪਰਮੇਸ਼ਰ ਆ, ਔਰ ਤੁਸੀਂ ਜੋ ਦਇਆ ਕਰਦੇ ਆ ਕਿ ਜੋ ਬਾਰ-ਬਾਰ ਸਾਨੂੰ ਮੌਕਾ ਦਿੰਦੇ ਆ ਤੁਹਾਡੇ ਲੋਕਾਂ ਵਿੱਚ ਬੈਠਣ ਦਾ, ਤੁਹਾਡੀ ਹਜ਼ੂਰ 'ਚ ਬੈਠਣ ਦਾ, ਤੁਹਾਡੇ ਵਚਨਾਂ ਨੂੰ ਸੁਣਨ ਦਾ। ਔਰ ਭਾਅ ਜੀ ਅੱਜ ਦਾ ਜੋ ਸਾਡਾ ਇਕੱਠਾ ਹੋਣਾ ਤੁਹਾਡੀ ਮਹਿਮਾ, ਤੁਹਾਡੀ ਵਡਿਆਈ ਦਾ ਕਾਰਨ ਹੋਵੇ। ਔਰ ਜੋ ਸਾਡੇ ਪਾਪ ਗੁਨਾਹ ਤੁਸੀਂ ਰੋਜ਼ਾਨਾ ਜ਼ਿੰਦਗੀ 'ਚ ਮਾਫ਼ ਕਰਦੇ ਆ, ਆਪਣੇ ਬਣਾਈ ਰੱਖਣ ਦਾ ਤੁਹਾਡਾ ਸ਼ੁਕਰ ਕਰਦੇ ਹਾਂ। ਔਰ ਜੋ ਸਾਡੀਆਂ ਅੱਜ ਦੀਆਂ ਬੇਨਤੀਆਂ ਜੋਈਆਂ ਤੁਹਾਡੇ ਹਜ਼ੂਰ ਲੈ ਕੇ ਆਉਂਦੇ ਆ। ਔਰ ਭਾਅ ਜੀ ਭੈਣ ਬਲਬੀਰ ਜਦੋਂ ਕਾਫੀ ਬਿਮਾਰ ਆ, ਵੈਂਟੀਲੇਟਰ 'ਤੇ ਕਾਫੀ ਦੇਰ ਤੋਂ ਆ। ਔਰ ਭਾਅ ਜੀ ਤੁਸੀਂ ਉਹਨੂੰ, ਅਗਰ ਤੁਹਾਡੀ ਮਰਜ਼ੀ ਹੋਏ ਸੱਚੋਂ ਤੁਸੀਂ ਸਾਰਾ ਕੁਛ ਕਰਨ ਨੂੰ ਕਰ ਸਕਦੇ ਆ, ਸੋ ਤੁਹਾਡੇ ਹੱਥਾਂ ਸੌਂਪਦੇ ਆ। ਔਰ ਅਗਰ ਕੋਈ ਸਾਡੇ ਵਿਚਕਾਰ ਇਸ ਵੇਲੇ ਕੋਈ ਦਿਮਾਗੀ ਤੌਰ 'ਤੇ ਜਾਂ ਕੋਈ ਹੋਰ ਪਰੇਸ਼ਾਨੀ, ਕੋਈ ਦੁੱਖ ਤਕਲੀਫ ਜਾਂ ਕੰਮਕਾਰ ਦਾ ਜਿਨ੍ਹਾਂ ਦੇ ਕੋਲ ਚਲੇ ਗਿਆ, ਤੁਸੀਂ ਭਾਜੀ ਉਹਨਾਂ ਨੂੰ ਵੀ ਸੰਭਾਲਣਾ। ਔਰ ਜੋ ਸਾਡੇ ਚਰਚ ਦੇ ਕੀ ਵਰਕਰ ਭੈਣਾਂ ਭਾਈ ਆ, ਉਹਨਾਂ ਨੂੰ ਤੁਹਾਡੇ ਹਜ਼ੂਰ ਲੈ ਕੇ ਆਉਂਦੇ ਆ। ਜੋ ਭੈਣ ਨੀਤੂ ਦਾ ਡੈਡ ਅਮਰੀਕਾ ਦੇ ਵਿੱਚ ਡਿਪਰੈਸ਼ਨ ਉਦਾਸੀ ਵਿੱਚ ਆ, ਤੁਸੀਂ ਉਹਨੂੰ ਵੀ ਸੰਭਾਲਣਾ। ਭਾਈ ਚੈਕੋ ਥਾਮਸ ਜੋ ਇੰਡੀਆ ਵਿੱਚ ਜੋ ਸਰਜਰੀ ਆ, ਜੋ ਵੀ ਕੰਪਲੀਕੇਸ਼ਨ ਹੈ, ਤੁਸੀਂ ਉਹਨੂੰ ਜਾਣਦੇ ਆ। ਭਾਈ ਅਤਲ ਹੁਣਾਂ ਦਾ ਬ੍ਰਦਰ ਲੋ ਜਦੋਂ ਰਿਕਵਰੀ ਹੋ ਰਹੀ ਆ, ਤੁਸੀਂ ਭਾਜੀ ਚੰਗੀ ਪੂਰੀ ਤਰ੍ਹਾਂ ਸਿਹਤ ਉਹਨਾਂ ਨੂੰ ਦੇਣੀ ਹੋ, ਤੁਹਾਡੇ ਕੰਮਾਂ ਕਾਰਾਂ 'ਚ ਫਿਰ ਦੁਬਾਰਾ ਲੱਗ ਸਕਣ। ਮੀਨਾ ਜੋ ਬੈਕ ਪ੍ਰੋਬਲਮ ਆ, ਉਹਦੇ ਵਾਸਤੇ ਪ੍ਰਾਰਥਨਾ ਕਰਦੇ ਪਰ ਜੀ। ਔਰ ਖਾਸ ਕਰ ਜਿਨ੍ਹਾਂ ਨੂੰ ਹਾਲੇ ਤੁਹਾਡੀ ਮੁਕਤੀ ਦਾ ਪਰ ਜੀ ਤਜਰਬਾ ਨਹੀਂ ਹੋਇਆ, ਉਹਨਾਂ ਤੁਸੀਂ ਦਇਆ ਕਰਨੀ, ਉਹ ਵੀ ਤੁਹਾਡੀ ਦਇਆ ਭਲੇ ਨੂੰ ਚੱਖ ਲੈਣ ਪਰ ਜੀ। ਔਰ ਅੱਜ ਦਾ ਜੋ ਵਚਨ ਆ, ਜੋ ਤੁਹਾਡੇ ਦਾਸ ਨੇ ਖੋਲ੍ਹਣੇ ਆ ਪਰ ਜੀ, ਤੁਸੀਂ ਆਪਣੇ ਮਕਸਦ ਪੂਰੇ ਕਰਨੇ ਆ। ਇਹਨਾਂ ਦਿਨਾਂ ਵਿੱਚ ਤੁਸੀਂ ਜਾਣਦੇ ਆ ਜੋ ਵੀ ਦੁਨੀਆ ਦੀ ਹਾਲਤ ਆ ਪਰ ਜੀ, ਸੱਚੀ ਸ਼ਾਂਤੀ ਖੁਸ਼ੀ ਜੋ ਲੱਭਦਾ ਇਨਸਾਨ ਇੱਧਰ ਉੱਧਰੋਂ ਪਰ ਜੀ, ਤੁਸੀਂ ਜਿਨ੍ਹਾਂ ਨੂੰ ਚੁਣਿਆ ਹੋਇਆ ਧਰਤੀ ਦੀ ਨੀਂਹ ਤੋਂ ਪਹਿਲਾਂ ਹੀ ਉਹਦੇ ਤੁਹਾਡੇ ਰਾਹ ਵਿੱਚ ਸ਼ਾਮਲ ਹੋਣ। ਔਰ ਸੁਣਨ ਵਿੱਚ, ਪੜ੍ਹਨ ਵਿੱਚ, ਹਰ ਇੱਕ ਗੱਲ ਵਿੱਚ ਤੁਹਾਡੀ ਪਰ ਜੀ ਹਰ ਇੱਕ ਗੱਲ 'ਤੇ ਆਸ਼ੀਸ਼ ਅਤੇ ਬਰਕਤ ਹੋਵੇ। ਮੰਗਦੇ ਹਾਂ ਸਾਰਾ ਕੁਛ ਹੈ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ, ਆਮੀਨ। ਹੁਣ ਜੋ ਹੈ ਇਸ ਹਫ਼ਤੇ ਦੇ ਐਲਾਨ ਹੈਗੇ ਤੁਸੀਂ ਸੁਣੋਗੇ। ਅੱਜ ਸ਼ਾਮ ਨੂੰ ਅਸੀਂ 5 ਵਜੇ ਇੱਥੇ ਇਕੱਠੇ ਹੋਵਾਂਗੇ ਚਰਚ ਬਿਲਡਿੰਗ ਦੇ ਵਿੱਚ। ਅਤੇ ਇਹ ਤੁਹਾਨੂੰ ਤਕੀਦ ਕਰਦੇ ਹਾਂ ਕਿ ਤੁਸੀਂ ਜੇ ਯੂਜ਼ ਟੂ ਹੋ ਗਏ ਘਰਾਂ ਦੇ ਵਿੱਚ ਬੈਠਣਾ, ਚਲੋ ਬੰਦੇ ਨਹੀਂ ਜਾਂਦੇ, ਇੱਥੇ ਹੀ ਅਟੈਂਡ ਕਰ ਲੈਂਦੇ ਆ ਔਨਲਾਈਨ ਸਰਵਿਸ ਘਰ ਬੈਠੇ। ਜੇ ਤੁਸੀਂ ਆ ਸਕਦੇ ਆ ਤਾਂ ਜ਼ਰੂਰ ਤੁਸੀਂ ਆਓ। ਇਹ ਇੱਕ ਬਹੁਤ ਆਦਰਯੋਗ ਵਾਲੀ ਗੱਲ ਹੈ ਕਿ ਅਸੀਂ ਇਕੱਠੇ ਹੋਈਏ ਬਿਲਡਿੰਗ ਦੇ ਵਿੱਚ, ਜਿਹੜੀ ਆ ਉਹ ਇੱਕ ਬਹੁਤ ਅਲੱਗਾ ਚੀਜ਼ ਆ। ਔਰ ਜਿਸ ਤਰ੍ਹਾਂ ਦੱਸਿਆ ਜਾਂਦਾ ਕਿ ਸਾਨੂੰ ਮਾਸਕ ਵੀ ਪਾਉਣੀ ਪੈਂਦੀ, ਹਾਲੇ ਡਿਸਟੈਂਸ ਰੱਖਣੀ ਪੈਂਦੀ ਆ, ਥੋੜ੍ਹਾ ਪਹਿਲਾਂ ਟਾਈਮ ਵੀ ਆਉਣਾ ਪੈਂਦਾ ਕਿਉਂਕਿ ਨਾਮ ਵਗੈਰਾ ਲਿਖਣੇ ਹੁੰਦੇ ਆ। ਸੋ 5 ਵਜੇ ਅੱਜ ਸ਼ਾਮ ਨੂੰ ਇਸ ਬਿਲਡਿੰਗ ਦੇ ਵਿੱਚ ਅਸੀਂ ਇਕੱਠੇ ਹੋਵਾਂਗੇ ਪ੍ਰਭੂ ਦੀ ਉਪਾਸਨਾ ਦੇ ਵਾਸਤੇ। ਮੰਗਲਵਾਰ ਨੂੰ ਜੋ ਭੈਣ ਭਾਈ ਪੰਜਾਬੀ ਦੇ ਵਿੱਚ ਪ੍ਰਾਰਥਨਾ ਕਰਦੇ ਨੇ ਉਹਨਾਂ ਦੇ ਵਾਸਤੇ ਹੋਊਗੀ 7 ਵਜੇ ਜ਼ੂਮ ਤੋਂ ਮੀਟਿੰਗ। ਅਤੇ ਬੁੱਧਵਾਰ ਨੂੰ 7 ਵਜੇ ਉਹਨਾਂ ਭੈਣਾਂ ਭਾਈਆਂ ਵਾਸਤੇ ਜੋ ਇੰਗਲਿਸ਼ ਦੇ ਵਿੱਚ ਮੀਟਿੰਗ ਅਟੈਂਡ ਕਰਦੇ ਆ ਉਹਨਾਂ ਦੇ ਵਾਸਤੇ ਹੋਊਗੀ। ਪਰ ਉਹਦੀ ਮਰਜ਼ੀ ਹੋਈ ਤਾਂ ਅਸੀਂ ਅਗਲੇ ਐਤਵਾਰ 11 ਵਜੇ ਇਕੱਠੇ ਹੋਵਾਂਗੇ ਜੋ ਔਨਲਾਈਨ ਸਰਵਿਸ। ਅਤੇ ਜਿਹੜੀ 5 ਵਜੇ ਆ ਉਹ ਜਿਸ ਤਰ੍ਹਾਂ ਇਹ ਹਾਲੇ ਚੱਲਦਾ ਆ ਕੰਮ, ਅਸੀਂ 5 ਵਜੇ ਬਿਲਡਿੰਗ ਦੇ ਵਿੱਚ ਜੋ ਸ਼ਾਮਲ ਅਸੀਂ ਇੱਥੇ ਸਾਰੇ ਰਲ ਕੇ ਹੋਵਾਂਗੇ। ਸੈਟਰਡੇ ਵਾਲੇ ਦਿਨ 11 ਵਜੇ ਜਿਹੜਾ ਸੰਡੇ ਸਕੂਲ ਹੈ ਬੱਚਿਆਂ ਦਾ, ਉਹ ਹੁੰਦਾ ਆ ਹਰੇਕ ਸੈਟਰਡੇ। ਉਹਦੇ ਵਾਸਤੇ ਮਾਪਿਆਂ ਨੂੰ ਤਕੀਦ ਕੀਤੀ ਜਾਂਦੀ ਹੈ ਕਿ ਤੁਸੀਂ ਬੱਚਿਆਂ ਨੂੰ ਤਿਆਰ ਕਰਕੇ ਉਹਦੇ ਵਿੱਚ
ਤੁਸੀਂ ਸ਼ਾਮਲ ਕਰੋ, ਤਾਂ ਕਿ ਇਹ ਜ਼ਿੰਦਗੀ ਦੀ ਜਿਹੜੀ ਛੋਟੀ ਸ਼ੁਰੂਆਤ ਆ ਉੱਥੋਂ ਹੀ ਪ੍ਰਭੂ ਦਾ ਕੰਮ ਉਹਨਾਂ ਦੇ ਜੀਵਨ ਵਿੱਚ ਸ਼ੁਰੂ ਹੋ ਸਕੇ। ਸੋ ਪ੍ਰਭੂ ਮਾਪਿਆਂ ਨੂੰ ਵੀ ਬਰਕਤ ਦਿੰਦਾ ਜਦੋਂ ਉਹ ਆਪਣੀ ਕੋਸ਼ਿਸ਼ ਦੇ ਨਾਲ ਬੱਚਿਆਂ ਨੂੰ ਸ਼ਾਮਲ ਕਰਦੇ ਆ। ਅੱਜ ਪ੍ਰਭੂ ਦਾ ਵਚਨ ਜਿਹੜਾ ਅਸੀਂ ਪੜ੍ਹਨਾ ਆ ਉਹ ਸ਼੍ਰੇਸ਼ਠ ਜੋ ਗੀਤ ਆ ਉਹਦੇ ਵਿੱਚੋਂ ਅਸੀਂ ਪੜ੍ਹਾਂਗੇ। ਔਰ ਇਹ 5ਵਾਂ ਅਧਿਆਏ 2 ਤੋਂ 11 ਜੋ ਸ਼੍ਰੇਸ਼ਠ ਗੀਤ ਉਹਦਾ 5 ਅਧਿਆਏ 2 ਤੋਂ 11 ਅਸੀਂ ਪ੍ਰਭੂ ਦੇ ਵਚਨ 'ਚ ਪੜ੍ਹਾਂਗੇ। ਮੈਂ ਸੁੱਤੀ ਹੋਈ ਸਾਂ ਪਰ ਮੇਰਾ ਮਨ ਜਾਗਦਾ ਸੀ। ਇਹ ਮੇਰੇ ਬਾਲਮ ਦੀ ਆਵਾਜ਼ ਹੈ ਜਿਹੜਾ ਖੜਖੜਾਉਂਦਾ ਹੈ। ਹੇ ਮੇਰੀ ਪਿਆਰੀ, ਮੇਰੀ ਪ੍ਰੀਤਮਾ, ਮੇਰੀ ਕਬੂਤਰੀ, ਮੇਰੀ ਨਿਰਮਲ, ਮੇਰੇ ਲਈ ਖੋਲ। ਮੇਰਾ ਸਿਰ ਤਰੇਲ ਨਾਲ ਭਰਿਆ ਹੋਇਆ ਹੈ, ਮੇਰੀਆਂ ਲਟਾਂ ਰਾਤ ਦੀਆਂ ਬੂੰਦਾਂ ਨਾਲ। ਮੈਂ ਆਪਣਾ ਝੱਗਾ ਲਾਹ ਚੁੱਕੀ ਹਾਂ, ਮੈਂ ਕਿਵੇਂ ਉਹਨੂੰ ਪਾਵਾਂ। ਮੈਂ ਆਪਣੇ ਪੈਰ ਧੋ ਚੁੱਕੀ ਹਾਂ, ਮੈਂ ਉਹਨਾਂ ਨੂੰ ਐਵੇਂ ਕਿਵੇਂ ਕਰਾਂ, ਮੈਲੇ ਕਿਵੇਂ ਕਰਾਂ। ਮੇਰੇ ਬਾਲਮ ਨੇ ਛੇਕ ਦੇ ਵਿੱਚੋਂ ਦੀ ਹੱਥ ਪਾਇਆ, ਮੇਰਾ ਦਿਲ ਉਹਦੇ ਕਾਰਨ ਉਛਲ ਪਿਆ। ਮੈਂ ਉੱਠੀ ਕਿ ਆਪਣੇ ਬਾਲਮ ਦੀ ਲਈ ਦਰਵਾਜ਼ਾ ਖੋਲ੍ਹਾਂ। ਮੇਰੇ ਹੱਥਾਂ ਤੋਂ ਗੰਧਰਸ ਅਤੇ ਮੇਰੀਆਂ ਉਂਗਲੀਆਂ ਤੋਂ ਵੀ ਪਤਲਾ ਗੰਧਰਸ ਬਿੱਲੀ ਦੇ ਦਸਤੇ ਤੋਂ ਚੋ ਪਿਆ। ਮੈਂ ਆਪਣੇ ਬਾਲਮ ਲਈ ਖੋਲ੍ਹਿਆ ਪਰ ਮੇਰਾ ਬਾਲਮ ਮੁੜ ਕੇ ਲੰਘ ਗਿਆ ਸੀ। ਮੇਰੇ ਪ੍ਰਾਣ ਘਟ ਗਏ ਜਦ ਉਹ ਬੋਲਿਆ। ਮੈਂ ਉਹਨੂੰ ਭਾਲਿਆ ਪਰ ਉਹ ਲੱਭਾ ਨਾ। ਮੈਂ ਉਹਨੂੰ ਪੁਕਾਰਿਆ ਪਰ ਉਹ ਮੈਨੂੰ ਉੱਤਰ ਨਾ ਦਿੱਤਾ। ਪਹਿਰੇ ਵਾਲੇ ਜਿਹੜੇ ਸ਼ਹਿਰ ਵਿੱਚ ਫਿਰਦੇ ਸਨ ਮੈਨੂੰ ਮਿਲੇ, ਉਹਨਾਂ ਨੇ ਮੈਨੂੰ ਮਾਰਿਆ ਤੇ ਕਾਲ ਕਰ ਸੁੱਟਿਆ। ਸਫੀਲ ਦੇ ਪਹਿਰੇ ਵਾਲਿਆਂ ਨੇ ਮੇਰੀ ਚਾਦਰ ਮੇਰੇ ਉੱਤੋਂ ਲਾਹ ਲਈ। ਹੇ ਜਰੂਸਲਮ ਦੀ ਧੀਓ, ਮੈਂ ਤੁਹਾਨੂੰ ਸੁਗੰਧ ਦਿੰਦੀ ਹਾਂ ਜੋ ਮੇਰਾ ਬਾਲਮ ਤੁਹਾਨੂੰ ਮਿਲ ਜਾਵੇ ਕਿ ਤੁਸੀਂ ਉਹਨੂੰ ਦੱਸੋਗੇ ਕਿ ਮੈਂ ਪ੍ਰੀਤ ਦੀ ਰੋਗਣ ਹਾਂ। ਤੇਰਾ ਬਾਲਮ ਦੂਜੇ ਬਾਲਮਾਂ ਨਾਲੋਂ ਕਿਵੇਂ ਵੱਧ ਹੈ, ਹੇ ਇਸਤਰੀਆਂ ਵਿੱਚੋਂ ਰੂਪਵੰਤ। ਤੇਰਾ ਬਾਲਮ ਦੂਜੇ ਬਾਲਮਾਂ ਨਾਲੋਂ ਕਿਵੇਂ ਵੱਧ ਹੈ ਜੋ ਤੂੰ ਸਾਨੂੰ ਇਉਂ ਸੁਗੰਧ ਦਿੰਦੀ ਹੈ। ਮੇਰਾ ਬਾਲਮ ਗੋਰਾ ਤੇ ਲਾਲ ਹੈ, ਉਹ ਤਾਂ ਹਜ਼ਾਰਾਂ ਵਿੱਚ ਮੰਨਿਆ ਦੰਨਿਆ ਹੈ। ਉਸ ਦਾ ਸਿਰ ਕੁੰਦਨ ਸੋਨਾ ਹੈ, ਉਸ ਦੇ ਵਾਲ ਘੁੰਗਰੂਆਂ ਵਾਲੇ ਤੇ ਪਹਾੜੀ ਕਾਂ ਵਾਂਗੂ ਕਾਲੇ ਹਨ। ਆਮੀਨ। ਪ੍ਰਭੂ ਇਹਨਾਂ ਨੂੰ ਵਚਨਾਂ ਨੂੰ ਆਸ਼ੀਸ਼ ਤੇ ਬਰਕਤ ਦੇਵੇ। ਇਸ ਤੋਂ ਪਹਿਲਾਂ ਕਿ ਪ੍ਰਭੂ ਦਾ ਦਾਸ ਆ ਕੇ ਇਹਨਾਂ ਵਚਨਾਂ ਨੂੰ ਸਾਡੇ ਵਾਸਤੇ ਖੋਲ੍ਹਣ, ਅਸੀਂ ਰਲ ਕੇ ਜੋ ਸਕਰੀਨ 'ਤੇ ਗੀਤ ਆਊਗਾ ਉਹਦੇ ਵਿੱਚ ਸਾਰੇ ਇਕੱਠੇ ਹੋਵਾਂਗੇ ਔਰ ਪ੍ਰਭੂ ਦੀ ਮਹਿਮਾ ਵਾਸਤੇ ਗਾਵਾਂਗੇ। Make
Last week I said that we would start a new series on a Sunday morning, but I will leave that until next time because next week we have a guest speaker coming to speak. ਪਿਛਲੇ ਹਫ਼ਤੇ ਅਸੀਂ ਕਿਹਾ ਸੀਗਾ ਕਿ ਅਸੀਂ ਨਵਾਂ ਮਜ਼ਮੂਨ ਸ਼ੁਰੂ ਕਰਨਾ ਹੈਗਾ ਦੇਖਣ ਦੇ ਲਈ, ਪਰ ਅਸੀਂ ਅੱਜ ਨਹੀਂ ਅਗਲੇ ਹਫ਼ਤੇ ਕਰਾਂਗੇ ਕਿਉਂਕਿ ਅਗਲੇ ਹਫ਼ਤੇ ਇੱਕ ਬਾਹਰੋਂ ਕਿਸੇ ਭਾਈ ਨੇ ਆਉਣਾ ਹੈਗਾ ਬਚਨ ਸੁਣਾਉਣ ਦੇ ਲਈ। So this morning I want to speak to you from the Old Testament book of the Song of Solomon. ਅੱਜ ਸਵੇਰੇ ਅਸੀਂ ਪ੍ਰਭੂ ਦਾ ਵਚਨ ਸੁਣਾਉਣਾ ਹੈਗਾ ਪੁਰਾਣੇ ਨੇਮ ਦੀ ਕਿਤਾਬ ਸੁਲੇਮਾਨ ਦੇ ਸ੍ਰੇਸ਼ਠ ਗੀਤਾਂ ਦੇ ਵਿੱਚੋਂ। Many years ago I went to speak at a particular church. ਬਹੁਤ ਸਾਲ ਹੋ ਗਏ ਭਾਈ ਕਹਿੰਦੇ ਮੈਂ ਕਿ ਜਗ੍ਹਾ ਗਿਆ ਸੀ ਮੰਡਲੀ ਵਿੱਚ ਪ੍ਰਭੂ ਦਾ ਵਚਨ ਸੁਣਾਉਣ ਦੇ ਲਈ। And the person at the door asked me what my reading was for the sermon. ਜਿਹੜਾ ਬੰਦਾ ਖੜਾ ਸੀਗਾ ਦਰਵਾਜ਼ੇ ਤੇ ਉਹਨੇ ਪੁੱਛਿਆ ਕਿ ਭਾਈ ਅੱਜ ਤੂੰ ਕਿਹੜੇ ਕਿਤਾਬ 'ਚੋਂ ਵਚਨ ਸੁਣਾਉਣਾ ਹੈਗਾ। So I gave him the reading from the Song of Solomon. ਮੈਨੂੰ ਇਹੀ ਦਿੱਤਾ ਸੁਲੇਮਾਨ ਦੇ ਸ੍ਰੇਸ਼ਠ ਗੀਤਾਂ ਵਿੱਚੋਂ। And do you know what he said? ਉਹਨੇ ਪਤਾ ਕੀ ਕਿਹਾ? He said, this church has been established for over 25 years. ਕਹਿੰਦਾ ਇਹ ਮੰਡਲੀ ਨੂੰ 25 ਸਾਲ ਹੋ ਗਏ ਚੱਲਦੀ ਨੂੰ। And I've been here for most of those years. 25 ਸਾਲਾਂ ਵਿੱਚ ਕਹਿੰਦਾ ਮੈਂ ਇੱਥੇ ਤਕਰੀਬਨ ਹਰ ਹਫ਼ਤੇ ਆਉਂਦਾ ਹੈਗਾ। And he said, I've never had a reading given to me from the Song of Solomon, or I have never heard anyone preach from ਕਦੇ ਵੀ this ਕਹਿੰਦਾ particular ਕਿਸੇ book. ਨੇ ਪ੍ਰਚਾਰ ਨਹੀਂ ਕੀਤਾ ਸੁਲੇਮਾਨ ਦੇ ਸ੍ਰੇਸ਼ਠ ਗੀਤਾਂ ਦੀ ਕਿਤਾਬ ਵਿੱਚੋਂ, ਨਾ ਕਦੇ ਮੈਂ ਜ਼ਿਆਦਾ ਕੁਝ ਸੁਣਿਆ ਹੈਗਾ ਇਹਦੇ ਬਾਰੇ। The Song of Solomon is one of the 66 books of the Bible. It is part of God's inspired word. ਸੁਲੇਮਾਨ ਦੇ ਸ੍ਰੇਸ਼ਠ ਗੀਤ ਜਿਹੜੇ ਹੈਗੇ ਆ ਕਿਤਾਬ, ਉਹ 66 ਕਿਤਾਬਾਂ ਵਿੱਚੋਂ ਇੱਕ ਕਿਤਾਬ ਹੈਗੀ ਬਾਈਬਲ ਦੀ। ਇਹ ਕਿਤਾਬ ਵੀ ਪਰਮੇਸ਼ਰ ਦਾ ਸ਼ੁੱਧ ਉੱਚਾ ਵਚਨ ਹੈਗਾ ਜਿਹੜਾ ਪ੍ਰਭਾਵਿਤ ਕੀਤਾ ਗਿਆ ਪਰਮੇਸ਼ਰ ਆਤਮਾ ਦੁਆਰਾ। God has given it to us. So Permi- why do preachers hardly ever preach from it and they avoid it? ਪਰਮੇਸ਼ਰ ਨੇ ਸਾਨੂੰ ਇਹ ਕਿਤਾਬ ਦਿੱਤੀ ਹੈਗੀ ਆ ਬਾਈਬਲ ਦੇ ਵਿੱਚ, ਇਹਦੇ ਬਾਰੇ ਪ੍ਰਚਾਰ ਕਰਨ ਦੇ ਲਈ। ਕਿਉਂ ਹੈਗਾ ਕਿ ਬਹੁਤ ਸਾਰੇ ਪ੍ਰਚਾਰਕ ਜਿਹੜੇ ਹੈਗੇ ਆ ਇਸ ਕਿਤਾਬ ਉੱਤੇ ਕਦੇ ਜ਼ਿਆਦਾ ਗੌਰ ਨਹੀਂ ਕਰਦੇ ਹੈਗੇ। On one occasion, a particular church, a sister from a particular church, read the Song of Solomon for the first time, and she was surprised and shocked at some of the language. ਇੱਕ ਮੰਡਲੀ ਵਿੱਚ ਭੈਣ ਨੇ ਜਦੋਂ ਇਹ ਬਾਈਬਲ ਕਿਤਾਬ ਪੜ੍ਹ ਕੇ ਉਹ ਚੌਂਕ ਕੇ ਹੈਰਾਨ ਹੋ ਗਈ ਕਿ ਲਿਖਿਆ ਕੀ ਹੈਗਾ ਇਹਦੇ ਵਿੱਚ। And she said, what is this book doing in the Bible? ਉਹ ਕਹਿੰਦੀ ਕਿ ਇਹ ਕਿਤਾਬ ਬਾਈਬਲ 'ਚ ਕੀ ਕਰਦੀ ਹੈਗੀ ਆ। So, what is the Song of Solomon doing in the Bible? ਸੁਲੇਮਾਨ ਦੇ ਸ੍ਰੇਸ਼ਠ ਗੀਤ ਗਜ਼ਲ ਉਲ ਗਜ਼ਲਾਤ ਇਹ ਕੀ ਕਰਦੀ ਹੈਗੀ ਕਿਤਾਬ ਬਾਈਬਲ ਦੇ ਵਿੱਚ? What are we to make of it? How are we to understand it as God's word? ਕਿੱਦਾਂ ਇਹਨੂੰ ਸਮਝ ਸਕਦੇ ਕਿ ਪ੍ਰਭੂ ਦਾ ਵਚਨ ਹੈਗਾ, ਇਹ ਕੀ ਕਰਦੀ ਹੈਗੀ ਆ ਬਾਈਬਲ ਦੇ ਵਿੱਚ ਇਹ ਕਿਤਾਬ। So this morning I want to unpack the message of the Song of Solomon. ਅੱਜ ਸਵੇਰੇ ਅਸੀਂ ਪ੍ਰਭੂ ਦਾ ਵਚਨ ਦੇ ਵਿੱਚ ਅਸੀਂ ਇਹ 'ਤੇ ਗੌਰ ਕਰਾਂਗੇ ਕਿ ਸਾਨੂੰ ਕਿਤਾਬ ਕੀ ਦੱਸਦੀ ਹੈਗੀ ਆ, So we can comprehend it and apply it to our lives and appreciate it as the word of God. ਤਾਂ ਕਿ ਅਸੀਂ ਸਮਝ ਸਕੀਏ, ਅਸੀਂ 'ਤੇ ਗੌਰ ਕਰ ਸਕੀਏ, ਔਰ ਅਸੀਂ ਆਪਣੀ ਜ਼ਿੰਦਗੀ ਵਿੱਚ ਪ੍ਰਭੂ ਦਾ ਵਚਨ ਜਾਣ ਕੇ ਲਾਗੂ ਕਰ ਸਕੀਏ। So firstly, what I want to do is look at how we are to understand the Song of Solomon. ਪਹਿਲੀ ਗੱਲ ਦੇਖਣੀ ਹੈ ਕਿ ਇਸ ਕਿਤਾਬ ਨੂੰ ਅਸੀਂ ਕਿੱਦਾਂ ਪ੍ਰਭੂ ਦਾ ਵਚਨ ਜਾਣ ਕੇ ਸਮਝ ਸਕਦੇ ਹਾਂ। And secondly, we're going to dig into a passage, take one example and try to open it up to see how we are to understand it. ਫਿਰ ਕੁਝ ਆਇਤਾਂ ਲੈ ਕੇ ਅਸੀਂ ਇਹ ਮਿਸਾਲ ਦੇਣੀ ਹੈਗੀ ਆ, ਦਿਖਣਾ ਹੈਗਾ ਇਹਨੂੰ ਖੋਲ ਕੇ ਕਿ ਕਿੱਦਾਂ ਅਸੀਂ ਇਹਨੂੰ ਡੂੰਘੇ ਤਰੀਕੇ ਨਾਲ ਸਮਝ ਸਕਦੇ ਹਾਂ। So firstly, how are we to understand the Song of Solomon? ਪਹਿਲੀ ਗੱਲ ਸੁਲੇਮਾਨ ਦੇ ਸ੍ਰੇਸ਼ਠ ਗੀਤ ਦੀ ਕਿਤਾਬ ਨੂੰ ਅਸੀਂ ਕਿੱਦਾਂ ਸਮਝ ਸਕਦੇ ਹਾਂ। Now, I have a friend who is currently doing his PhD on the Song of Solomon. ਅਗੇ ਮੈਂ ਜਾਣਦਾ ਕਿਸੇ ਨੂੰ ਜਿਹੜਾ ਕਿ PhD ਜਿਹਨੇ ਕੀਤੀ ਹੈਗੀ ਆ, ਪੜ੍ਹਾਈ ਕੀਤੀ ਆ ਸਿਰਫ ਇਸ ਕਿਤਾਬ ਉੱਤੇ। And his thesis looks at how to interpret this particular book. ਔਰ ਉਹ ਦੇਖਦਾ ਕਿ ਇਸ ਕਿਤਾਬ ਨੂੰ ਕਿੱਦਾਂ ਬਿਹਤਰ ਤਰੀਕੇ ਦੇ ਨਾਲ ਅਸੀਂ ਸਮਝ ਸਕਦੇ ਹਾਂ। And we've had interesting discussions. ਅਸੀਂ ਭਾਈ ਕਹਿੰਦੇ ਮੇਰੇ ਨਾਲ ਬੜੀ ਅਜੀਬ ਦਿਲਚਸਪੀ ਵਾਲੀ ਗੱਲ ਕੀਤੀ। Now, we don't need a PhD to understand this book. Simple people like you and me can grasp hold of God's word. ਸਾਨੂੰ ਜ਼ਿਆਦੀ ਉੱਚੀ ਲੰਬੀ ਚੌੜੀ ਪੜ੍ਹਾਈ ਦੀ ਲੋੜ ਨਹੀਂ ਹੈਗੀ ਇਸ ਕਿਤਾਬ ਨੂੰ ਸਮਝਣ ਦੇ ਲਈ। ਤੁਹਾਡੇ ਮੇਰੇ ਵਰਗੇ ਸਧਾਰਨ ਲੋਕ ਜਿਹੜੇ ਹੈਗੇ ਵਿਸ਼ਵਾਸੀ, ਉਹ ਸਿੰਪਲ ਤਰੀਕੇ ਦੇ ਨਾਲ ਪੜ੍ਹ ਕੇ ਇਹਨੂੰ ਸਮਝ ਸਕਦੇ ਆ। But it is important to realize that when we exegete or interpret a text of the Bible, ਜ਼ਰੂਰ ਹੈਗਾ ਇਹ ਗੱਲ ਨੂੰ ਸਮਝਣਾ
ਕਿ ਜਦੋਂ ਕਦੇ ਵੀ ਅਸੀਂ ਬਾਈਬਲ ਦੇ ਕਿਸੇ ਵੀ ਹਿੱਸੇ ਨੂੰ ਲੈ ਕੇ ਜਦੋਂ ਪੜ੍ਹਦੇ ਹਾਂ, ਜਦੋਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, it's important that we understand the genre or the style of writing before we interpret and understand it the way God intended. ਅਸੀਂ ਜਾਣੀਏ ਕਿ ਜੋ ਅਸੀਂ ਪੜ੍ਹਦੇ ਹੈਗੇ ਆ, ਜਿਸ ਲਹਿਜ਼ੇ ਦੇ ਨਾਲ ਲਿਖਿਆ ਹੈਗਾ, ਜਿਸ ਤਰੀਕੇ ਦੇ ਨਾਲ ਲਿਖਿਆ ਹੈਗਾ, ਜਿਸ ਮਕਸਦ ਦੇ ਲਈ, ਮਤਲਬ ਦੇ ਲਈ ਲਿਖਿਆ ਹੈਗਾ ਪਰਮੇਸ਼ਵਰ ਨੇ, ਉਸ ਨੂੰ ਅਸੀਂ ਪਹਿਲਾਂ ਦਿਮਾਗ ਵਿੱਚ ਸਮਝ ਕੇ ਫਿਰ ਅਸੀਂ ਪੜ੍ਹੀਏ, ਫਿਰ ਸਾਨੂੰ ਸਮਝ ਆਊਗੀ। And then we understand it as God intended, then we apply it to our lives. ਜਦੋਂ ਅਸੀਂ ਦੇਖਦੇ ਕਿ ਪ੍ਰਭੂ ਨੇ ਕਿਸ ਤਰ੍ਹਾਂ ਲਿਖਿਆ ਹੈਗਾ, ਪ੍ਰਭੂ ਨੇ ਕੀ ਚਾਹਿਆ ਹੈਗਾ, ਅਸੀਂ ਸਮਝੀਏ, ਅਸੀਂ ਉਸ ਗੱਲ ਨੂੰ ਸਮਝ ਕੇ ਫਿਰ ਅਸੀਂ ਆਪਣੇ ਦਿਲ ਉੱਤੇ ਲਾਗੂ ਕਰ ਸਕਦੇ ਹਾਂ। So if you take the Bible, ਤੁਸੀਂ ਜੇ ਬਾਈਬਲ ਲੈਂਦੇ ਆ, there are certain books in the Bible that are historical books ਕੁਝ ਕਿਤਾਬਾਂ ਹੈਗੀਆਂ ਬਾਈਬਲ ਦੀਆਂ ਜਿਹੜੀਆਂ ਕਿ ਇਤਿਹਾਸਕ ਕਿਤਾਬਾਂ ਹੈਗੀਆਂ, that record events that took place. ਦੱਸਦੀ ਜਿਹੜੇ ਕਿ ਜਦੋਂ ਕੁਝ ਹਾਦਸੇ ਹੋਏ ਹੈਗੇ ਇਸ ਸਮੇਂ ਦੇ ਵਿੱਚ। So books like Genesis, Exodus, Joshua, 1 Samuel, 2 Samuel. ਉਤਪਤੀ ਹੈਗੀ ਆ, ਕੂਚ ਹੈਗੀ ਆ, ਜੋਸ਼ੂਆ ਹੈਗਾ, ਪਹਿਲਾ ਸਮੂਏਲ, ਦੂਸਰਾ ਸਮੂਏਲ, ਇਹ ਇਤਿਹਾਸਿਕ ਕਿਤਾਬਾਂ ਹੈਗੀਆਂ। Kings, 1 Kings, 2 Kings. Then the New Testament, Matthew, Mark, Luke and John. ਪਹਿਲਾ ਰਾਜਾ, ਦੂਸਰਾ ਰਾਜਾ, ਫਿਰ ਨਵੇਂ ਨੇਮ ਵਿੱਚ ਆਇਓ ਮਤੀ, ਮਾਰਕਸ, ਲੂਕਾ, ਯੋਹੰਨਾ, ਇੰਜੀਲਾਂ। These are historical books. ਇਹ ਇਤਿਹਾਸਿਕ ਕਿਤਾਬਾਂ ਹੈਗੀਆਂ। There are other books that are prophetic books, ਕੁਝ ਕਿਤਾਬਾਂ ਹੈਗੀਆਂ ਜਿਹੜੀਆਂ ਕਿ ਨਬੂਵਤ ਵਾਲੀ ਕਿਤਾਬਾਂ ਹੈਗੀਆਂ, written by the prophets to address their situation. ਨਬੀਆਂ ਨੇ And also ਕਿਤਾਬਾਂ they ਲਿਖੀਆਂ। talk about future events. ਨਬੀਆਂ ਨੇ ਕਿਤਾਬਾਂ ਲਿਖੀਆਂ ਹੈਗੀਆਂ ਆਉਣ ਵਾਲੇ ਸਮੇਂ ਬਾਰੇ, ਜਿਨ੍ਹਾਂ ਨੇ ਨਬੂਵਤ ਕਰਕੇ ਆਉਣ ਵਾਲੇ ਸਮੇਂ ਦੇ ਬਾਰੇ ਬਿਆਨ ਕੀਤਾ ਹੈਗਾ ਪਰਮੇਸ਼ਰ ਦਾ ਕਲਾਮ। There are the epistles, the letters of Paul and Peter and others. ਫਿਰ ਰਸੂਲਾਂ ਦੇ ਖਤ ਹੈਗੇ ਆ, ਪਤਰਸ ਹੋਇਆ, ਯੋਹੰਨਾ ਹੋਇਆ, ਇਹ ਉਹ ਕਿਤਾਬ ਗਾਂ ਜਿਹੜੇ ਖਤ ਜਿਹੜੇ ਲਿਖੇ ਹੈਗੇ ਆ ਨਵੇਂ ਨੇਮ ਵਿੱਚ। So Romans, Corinthians, 1 Peter, 2 Peter and so on. ਰੋਮੀਆਂ, ਕਰੰਥੀਆਂ, ਪਹਿਲਾ ਪਤਰਸ, ਦੂਸਰਾ ਪਤਰਸ, ਇਸ ਤਰ੍ਹਾਂ ਅੱਗੇ ਚੱਲੋ। And there is something called apocalyptic literature like Revelation that unveils or reveals things. ਫਿਰ ਪ੍ਰਕਾਸ਼ ਦੀ ਪੋਥੀ ਹੈਗੀ ਆ, ਇੱਦਾਂ ਦੀ ਕਿਤਾਬਾਂ ਜਿਹੜੀਆਂ ਕਿ ਸਾਨੂੰ ਆਉਣ ਵਾਲੇ ਸਮੇਂ ਦੀਆਂ ਗੱਲਾਂ ਦੱਸਦੀਆਂ ਹੈਗੀਆਂ ਕਿ ਪ੍ਰਭੂ ਨੇ ਆਉਣ ਵਾਲੇ ਸਮੇਂ ਦੇ ਲਈ ਕੀ ਮੁਕਰਰ ਕੀਤਾ ਹੈਗਾ। So whenever we interpret the Bible, ਸੋ ਜਦੋਂ ਕਦੇ ਅਸੀਂ ਬਾਈਬਲ ਦਾ ਤਰਜਮਾ ਕਰੀਏ, we need to understand the genre, the style of writing, so we understand the Bible in its right setting and context. ਬੜਾ ਜ਼ਰੂਰੀ ਹੈਗਾ ਸਮਝਣਾ ਕਿਸ ਲਹਿਜ਼ੇ ਦੇ ਵਿੱਚ ਕਿਤਾਬ ਲਿਖੀ ਗਈ ਹੈਗੀ ਆ, ਕਿਸ ਤਰੀਕੇ ਨਾਲ ਲਿਖੀ ਗਈ ਹੈਗੀ ਆ, ਕਿੱਥੇ ਹੈਗੀ ਆ ਕਿਤਾਬ ਬਾਈਬਲ ਦੇ ਵਿੱਚ, ਤਾਂ ਕਿ ਅਸੀਂ ਫਿਰ ਉਹਨੂੰ ਹੋਰ ਬਿਹਤਰ ਤਰੀਕੇ ਦੇ ਨਾਲ ਸਮਝ ਸਕੀਏ। Let me give you a modern day example of this. ਤੁਹਾਨੂੰ ਅੱਜ ਦੇ ਜ਼ਮਾਨੇ ਦੀ ਮਿਸਾਲ ਦਿੰਦੇ ਆ। Last week we went to a funeral. The family had a funeral in Coventry. ਪਿਛਲੇ ਹਫਤੇ ਭਾਈ ਫਿਊਨਰਲ ਤੇ ਗਏ, ਇਹਨਾਂ ਦੇ ਪਰਿਵਾਰ ਵਿੱਚ ਫਿਊਨਰਲ ਸੀਗਾ। Now, if someone comes to you ਜੇ ਕੋਈ ਆਉਂਦਾ ਆਵੇ ਤੁਹਾਡੇ ਕੋਲ, and they say to you, "Oh, we had an argument, so I sent him to Coventry." ਉਹ ਕੀ ਕਹਿੰਦੇ ਆ ਕਿ ਸਾਡੀ ਲੜਾਈ ਹੋ ਗਈ ਤੇ ਮੈਂ ਉਹਨੂੰ ਕੋਵੈਂਟਰੀ ਭੇਜ ਦਿੱਤਾ। ਇਹ ਇੱਕ ਮਿਸਾਲ ਹੈਗੀ ਆ। What would that mean to you? ਇਸ ਤੁਸੀਂ ਕੀ ਸਮਝੋਗੇ ਇਸ ਗੱਲ ਤੋਂ? If you take it literally, ਜੇ ਤਾਂ ਤੁਸੀਂ ਸੋਚੋ ਇਹਨੂੰ ਜਿੱਦਾਂ ਉਹਨੇ ਕਿਹਾ ਹੈਗਾ, of course you'd think there are two people, two friends maybe who had an argument, they've fallen out, and the one has sent the other to Coventry. ਤੇ ਸੋਚੋਗੇ ਕਿ ਦੋ ਦੋਸਤ ਹੈਗੇ ਆਪਸੇ ਲੜ ਪਏ, ਗੁੱਸੇ ਚ ਆ ਕੇ ਇੱਕ ਨੇ ਦੂਸਰੇ ਨੂੰ ਕੋਵੈਂਟਰੀ ਭੇਜ ਦਿੱਤਾ ਹੈਗਾ। Now, actually that's not what it means. ਇਹ ਗੱਲ ਭਾਵੇਂ ਸਹੀ ਹੋਵੇ ਪਰ ਇਹਦਾ ਇਹ ਮਤਲਬ ਨਹੀਂ ਹੈਗਾ। Because in English, ਅੰਗਰੇਜ਼ੀ ਵਿੱਚ, in Britain certainly, ਇਸ ਮੁਲਕ ਦੀ ਅੰਗਰੇਜ਼ੀ ਦੇ ਅਨੁਸਾਰ the expression to send someone to Coventry ਇਹ ਜਿਹੜੀ ਕਹਾਵਤ ਹੈਗੀ ਕਿ ਮੈਂ ਉਹਨੂੰ ਕੋਵੈਂਟਰੀ ਭੇਜ ਦਿੱਤਾ, doesn't literally mean that in this context that they've gone to Coventry. ਇਹ ਨਹੀਂ ਕਿ ਸੱਚੀ ਮੁੱਚੀ ਉਹ ਕੋਵੈਂਟਰੀ ਚਲ ਗਿਆ ਕਿ ਰਹਿਣ ਦੇ ਲਈ। What it means is you cut somebody off, you stop talking to them, you avoid them. ਕਿਸੇ ਨੂੰ ਬੇਦਖਲ ਕਰ ਦੇਣਾ, ਕਿਸੇ ਨੂੰ ਦੂਰ ਕਰ ਦੇਣਾ, ਕਿਸੇ ਨਾਲ ਗੱਲ ਨਹੀਂ ਕਰਨੀ, ਗੁੱਸੇ ਹੋਏ ਨਾ, ਉਹਨੂੰ ਕਹਿਤਾ ਕਿ ਉਹ ਮੈਂ ਉਹਨੂੰ ਭੇਜ ਦਿੱਤਾ। Now, can you see the importance of understanding expressions and language and style? ਦੇਖਿਆ ਕਿਸ ਤਰ੍ਹਾਂ ਗੱਲ ਕਰਦੇ ਆ, ਕਿਹੜੇ ਤਰੀਕੇ ਨਾਲ ਗੱਲ ਕਰਦੇ ਆ, ਕਿਸ ਲਹਿਜ਼ੇ ਵਿੱਚ ਗੱਲ ਕਰਦੇ ਹੈਗੇ ਆ, ਉਹਨੂੰ ਸਮਝਣਾ ਬੜਾ ਜ਼ਰੂਰੀ ਹੈਗਾ ਪੂਰੀ ਗੱਲ ਨੂੰ ਸਮਝਣ ਦੇ ਲਈ, To understand what the person is saying. ਤਾਂ ਕਿ ਤੁਸੀਂ ਸਮਝੋਗੇ ਅਗਲਾ ਦੂਸਰਾ ਬੰਦਾ ਕੀ ਕਹਿ ਰਿਹਾ ਹੈਗਾ। It's exactly the same with the Bible. ਬਿਲਕੁਲ ਪ੍ਰਭੂ ਦੇ ਵਚਨ ਦੀ ਵਿੱਚ ਵੀ ਬਿਲਕੁਲ ਇਹੀ ਗੱਲ ਹੁੰਦੀ ਆ। You have to understand the genre, the style of writing. ਲਹਿਜ਼ਾ ਸਮਝਣਾ ਜ਼ਰੂਰੀ ਹੈਗਾ, ਕਿਸ ਤਰੀਕੇ ਦੇ ਨਾਲ, ਕਿਸ ਮਾਹੌਲ ਦੇ ਵਿੱਚ ਕਿਤਾਬ ਲਿਖੀ ਗਈ And ਹੈਗੀ therefore ਆ। you cannot interpret Revelation the way you interpret Matthew, Mark, Luke and John. ਜਿਸ ਤਰ੍ਹਾਂ ਅਸੀਂ ਮਤੀ, ਮਾਰਕਸ, ਲੂਕਾ, ਯੋਹੰਨਾ ਦੀ ਇੰਜੀਲ ਨੂੰ ਪੜ੍ਹਦੇ ਹੈਗੇ ਆ, ਤਰਜਮਾ ਕਰਦੇ ਆ,
ਉਸੇ ਤਰ੍ਹਾਂ ਅਸੀਂ ਪ੍ਰਕਾਸ਼ ਦੀ ਪੋਥੀ ਦਾ ਤਰਜਮਾ ਨਹੀਂ ਕਰ ਸਕਦੇ ਹੈਗੇ। Revelation is symbolic, and the Gospels are narrative passages you take literally. ਪ੍ਰਕਾਸ਼ ਦੀ ਪੋਥੀ ਜਿਹੜੀ ਹੈਗੀ ਆ ਉਹ 'ਚ ਬਹੁਤ ਸਾਰੇ ਨਿਸ਼ਾਨ ਹੈਗੇ, ਚਿੰਨ੍ਹ ਹੈਗੇ, ਤਸਵੀਰਾਂ ਹੈਗੀਆਂ ਆਉਣ ਵਾਲੇ ਸਮੇਂ ਦੀਆਂ। ਮਤੀ, ਮਾਰਕਸ, ਲੂਕਾ, ਯੋਹੰਨਾ ਇੰਜੀਲ ਜਿਹੜੀ ਹੈਗੀ ਆ ਉਹ ਲੋਕਾਂ ਦਾ ਬਿਆਨ ਕੀਤਾ ਗਿਆ ਹਦੂਦਰਬਾ ਹੈਗਾ ਕਿ ਕੀ ਹੋਇਆ ਸੀਗਾ। Equally, you cannot interpret the Song of Solomon like you do 1 or 2 Samuel. ਸੁਲੇਮਾਨ ਦੀ ਸ੍ਰੇਸ਼ਟ ਗੀਤ ਦੀ ਕਿਤਾਬ ਦਾ ਵੀ ਅਸੀਂ ਤਰਜਮਾ ਨਹੀਂ ਕਰ ਸਕਦੇ ਜਿੱਦਾਂ ਅਸੀਂ ਪਹਿਲੇ ਦੂਸਰੇ ਸਮੂਏਲ ਦੀ ਕਿਤਾਬ ਦਾ ਤਰਜਮਾ ਕਰਾਂਗੇ। Why? Because the Song of Solomon, like the book of Job or Psalms or Proverbs or Ecclesiastes, ਕਿਉਂਕਿ ਸੁਲੇਮਾਨ ਦੇ ਸ੍ਰੇਸ਼ਟ ਗੀਤ ਦੀ ਕਿਤਾਬ ਅਯੂਬ ਵਾਂਗਰ, ਜ਼ਬੂਰਾ ਵਾਂਗਰ, ਸ੍ਰੇਸ਼ਟ ਕੀ ਦੂਸਰੇ ਜਿਹੜੇ ਕਹਾਵਤਾਂ ਵਾਂਗਰ ਇਹ ਫਰਕ ਹੈਗੀ ਆ। is something we call wisdom or literature or poetry. ਇਹ ਕਿਤਾਬਾਂ ਹੈਗੀਆਂ ਸ਼ਾਇਰੀ ਦੀਆਂ, ਇਹ ਕਿਤਾਬਾਂ ਹੈਗੀਆਂ ਬੁੱਧੀ ਦੀਆਂ, ਜਿਹ 'ਚ ਗਿਆਨ ਦੀਆਂ ਗੱਲਾਂ ਭਰੀਆਂ ਹੈਗੀਆਂ। So the Song of Solomon is poetry ਸੁਲੇਮਾਨ ਦੇ ਸ੍ਰੇਸ਼ਟ ਗੀਤ ਦੀ ਕਿਤਾਬ ਜਿਹੜੀ ਹੈਗੀ ਆ ਇੱਕ ਗਜ਼ਲ ਹੈਗੀ ਆ। that complements Ecclesiastes. ਗਏ ਜਿਹੜੀ ਗਜ਼ਲ ਹੈਗੀ ਆ ਸੁਲੇਮਾਨ ਦੀ, ਇਹ ਇਕਲੀਸੀਆਸਟਿਸ ਦੇ ਨਾਲ ਜਿਹੜੇ ਕਹਾਵਤਾਂ ਹੈਗੀ ਉਹਦੇ ਨਾਲ ਰਲਦੀ ਮਿਲਦੀ ਹੈਗੀ ਆ। Which was also written by Solomon. ਸੋ ਵੀ ਸੁਲੇਮਾਨ ਨੇ ਲਿਖੀ ਸੀਗੀ। So Solomon speaks to the, Ecclesiastes speaks to the mind. ਉਹ ਜਿਹੜੇ ਸੁਲੇਮਾਨ ਦੀ ਕਿਤਾਬ ਹੈਗੀ ਆ ਵਾਈਸ ਦੀ ਕਿਤਾਬ, ਉਹ ਦਿਮਾਗ ਨਾਲ ਗੱਲ ਕਰਦੀ ਆ। Whereas the Song of Solomon speaks to the heart, the emotions. ਜਿੱਥੇ ਸੁਲੇਮਾਨ ਦੇ ਸ੍ਰੇਸ਼ਟ ਗੀਤ ਕਿਤਾਬ ਹੈਗੀ ਆ ਉਹ ਇਨਸਾਨ ਦੇ ਜਜ਼ਬਾਤ ਦੇ ਨਾਲ, ਉਹਦੇ ਦਿਲ ਦੇ ਨਾਲ ਗੱਲ ਕਰਦੀ ਆ। And the two go together. ਦੋਨੇ ਕਿਤਾਬਾਂ ਇੱਕ ਦੂਸਰੇ ਦੇ ਨਾਲ ਰਲਦੀਆਂ ਮਿਲਦੀਆਂ So ਹੈਗੀਆਂ। the Song of Solomon is written as a love poem. ਸੁਲੇਮਾਨ ਦੇ ਸ੍ਰੇਸ਼ਟ ਗੀਤ ਜਿਹੜੇ ਹੈਗੇ ਆ ਇੱਕ ਗਜ਼ਲ ਦੇ ਤੌਰ ਤੇ, ਇੱਕ ਪਿਆਰ ਦੇ ਨਗਮੇ ਦੇ ਤੌਰ ਤੇ ਲਿਖੇ ਗਏ ਹੈਗੇ That ਆ, warms the heart, that stirs the emotions. ਜਿਹਨੂੰ ਪੜ੍ਹ ਕੇ ਦਿਲ ਗਰਮ ਹੁੰਦਾ, ਦਿਲ ਹਿਲਦਾ ਹੈਗਾ, ਖੁਸ਼ੀ ਨਾਲ, ਉਮੰਗ ਦੇ ਨਾਲ ਭਰਦਾ ਹੈਗਾ। So this is what we need to bear in mind. ਇਹ ਗੱਲ ਨੂੰ ਜ਼ਿਹਨ 'ਚ ਰੱਖਿਓ ਤੁਸੀਂ। That this is a love poem written in a particular era. ਇਹ ਪਿਆਰ ਦੀ ਕਵਿਤਾ ਹੈਗੀ ਆ, ਕਿਸੇ ਜ਼ਮਾਨੇ ਵਿੱਚ ਲਿਖੀ ਗਈ ਹੈਗੀ ਇਹ। Which shows that the physical love and attraction is to be enjoyed within the context of marriage. ਜਦੋਂ ਪਤਾ ਲੱਗਦਾ ਕਿ ਜਿਹੜਾ ਪਿਆਰ ਹੈਗਾ ਇੱਕ ਦੂਸਰੇ ਨੂੰ ਦੇਖ ਕੇ ਜਿਹੜਾ ਪਸੰਦ ਆਉਣਾ, ਉਹ ਜਿਹੜਾ ਹੈਗਾ ਉਹ ਇੱਕ ਪਵਿੱਤਰ ਵਿਆਹ ਦੇ ਰਿਸ਼ਤੇ ਦੇ ਬੰਧਨ ਦੇ ਵਿੱਚ ਹੋ ਕੇ ਹੀ ਚੰਗਾ ਲੱਗਦਾ। Outside marriage, it is sin and deeply offensive to God, but it's to be celebrated in marriage. ਵਿਆਹ ਤੋਂ ਬਾਹਰ ਹੋਵੇ ਤੇ ਪ੍ਰਭੂ ਨੂੰ ਬੜੀ ਘਿਣ ਆਉਂਦੀ ਹੈਗੀ, ਪ੍ਰਭੂ ਨਫ਼ਰਤ ਕਰਦੇ ਹੈਗੇ ਇਹਦੇ ਰਿਸ਼ਤੇ ਨੂੰ। ਵਿਆਹ ਦੇ ਵਿੱਚ ਐਸੇ ਰਿਸ਼ਤੇ ਨੂੰ ਪ੍ਰਭੂ ਬਰਕਤ ਦਿੰਦੇ ਆ। But on another level, ਇੱਕ ਹੋਰ ਜੇ ਤਰੀਕੇ ਨਾਲ ਦੇਖੀਏ, it shows the love of God for his people. ਅਸੀਂ ਦੇਖਦੇ ਕਿ ਪਰਮੇਸ਼ਰ ਦਾ ਪਿਆਰ ਜਿਹੜਾ ਆਪਣੇ ਲੋਕਾਂ ਦੇ ਲਈ ਹੈਗਾ ਉਹ ਸਭ ਅਸੀਂ ਦੇਖਦੇ ਹਾਂ। In the Old Testament, God's love for Israel. ਪੁਰਾਣੇ ਨੇਮ ਦੇ ਵਿੱਚ ਪਰਮੇਸ਼ਰ ਦਾ ਪਿਆਰ ਜਿਹੜਾ ਹੈਗਾ ਇਜ਼ਰਾਈਲ ਦੇ ਲਈ। Now in the New Testament, ਹੁਣ ਨਵੇਂ ਨੇਮ ਦੇ ਵਿੱਚ Christ's love for his church. ਪ੍ਰਭੂ ਯਿਸੂ ਮਸੀਹ ਦਾ ਪਿਆਰ ਜਿਹੜਾ ਹੈਗਾ ਆਪਣੀ ਮੰਡਲੀ ਦੇ ਲਈ। And there are wonderful pictures of this ਬਹੁਤ ਸੋਹਣੀਆਂ ਤਸਵੀਰਾਂ ਹੈਗੀਆਂ ਇਹਦੇ ਬਾਰੇ that elevate our minds ਜਿਹੜੀਆਂ ਸਾਡੇ ਮਨਾਂ ਨੂੰ ਉੱਚੀਆਂ ਕਰ ਦਿੰਦੀਆਂ ਹੈਗੀ to ਸਮਝ ਕੇ। think of the close and intimate relationship that Christ has for his church and his people. ਜਾਣ ਕੇ ਕਿ ਪ੍ਰਭੂ ਯਿਸੂ ਮਸੀਹ ਦਾ ਕਿੰਨਾ ਡੂੰਘਾ ਪਿਆਰਾ ਕਰੀਬੀ ਜਜ਼ਬਾਤੀ ਰਿਸ਼ਤਾ ਹੈਗਾ ਆਪਣੇ ਲੋਕਾਂ ਦੇ ਨਾਲ, ਆਪਣੀ ਮੰਡਲੀ ਦੇ ਨਾਲ। Of the tenderness of his love ਪ੍ਰਭੂ ਯਿਸੂ ਮਸੀਹ ਦੇ ਪਿਆਰ ਦੀ ਕਿੰਨੀ ਨਰਮਾਇਸ਼ ਹੈਗੀ ਆ, that overwhelms us. at ਉਹ ਜਿਹੜਾ times. ਪੜ੍ਹ ਕੇ, ਦੇਖ ਕੇ, ਸੁਣ ਕੇ ਅਸੀਂ ਭਰ ਜਾਂਦੇ ਹੈਗੇ ਖੁਸ਼ੀ ਦੇ ਨਾਲ। And makes us think that we cannot live without his love. ਅਸੀਂ ਵੀ ਕੀ ਸੋਚਦੇ ਹਾਂ ਕਿ ਮੈਂ ਤੇ ਪ੍ਰਭੂ ਯਿਸੂ ਮਸੀਹ ਦੇ ਪਿਆਰ ਤੋਂ ਬਗੈਰ ਜ਼ਿੰਦਾ ਨਹੀਂ ਰਹਿ ਸਕਦਾ। So in the Song of Solomon, ਸੁਲੇਮਾਨ ਦੇ ਸ੍ਰੇਸ਼ਟ ਗੀਤ ਦੀ you ਕਿਤਾਬ ਦੇ have ਵਿੱਚ two main characters. ਦੋ ਜਣੇ ਹੈਗੇ ਆ ਮੁੱਖ। You have a woman called the Shulamite, ਇੱਕ ਔਰਤ ਹੈਗੀ ਜਿਹੜੀ ਸ਼ੁਲੇਮਾਈਟ ਤੀਵੀਂ ਹੈਗੀ ਆ, and then you have Solomon. ਤੇ ਸੁਲੇਮਾਨ। And the book can be broken up into 3 sections. ਤਿੰਨਾਂ ਹਿੱਸਿਆਂ ਵਿੱਚ ਅਸੀਂ ਇਸ ਕਿਤਾਬ ਨੂੰ ਵੰਡ ਸਕਦੇ ਹਾਂ। Chapter 1, verse 1 to chapter 3, verse 5 ਪਹਿਲਾ ਚੈਪਟਰ ਪਹਿਲੇ ਤੋਂ ਲੈ ਕੇ ਤੀਸਰੇ ਚੈਪਟਰ 5ਵੇਂ ਤੇ speaks of their encounter before marriage. ਵਿਆਹ ਤੋਂ ਪਹਿਲਾਂ ਜਦੋਂ ਇੱਕ ਦੂਸਰੇ ਨੂੰ ਮਿਲਦੇ ਉਹ ਹੈਗਾ। And the Shulamite thinking of Solomon and expressing love towards him.
ਸੁਲੇਮਾਨ ਧੀਮੀ ਸੁਲੇਮਾਨ ਬਾਰੇ ਸੋਚਦੀ ਆ ਔਰ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਆ। The second section ਦੂਸਰਾ ਹਿੱਸਾ is chapter 3, verse 6 to chapter 5, verse 1. ਤੀਸਰੇ ਚੈਪਟਰ 6ਵੀਂ ਆਇਤ ਤੋਂ ਲੈ ਕੇ 5ਵਾਂ ਚੈਪਟਰ ਪਹਿਲੀ ਆਇਤ। And it speaks of the wedding itself, ਵਿਆਹ ਦੇ ਬਾਰੇ ਲਿਖਿਆ ਹੈਗਾ, ਜਦੋਂ ਉਹਨਾਂ ਦਾ ਵਿਆਹ ਹੁੰਦਾ, bridal procession ਜਦੋਂ ਜਾਂਦਾ ਲਾੜਾ ਦੁਲਹਨ ਨੂੰ ਲੈਣ ਦੇ ਲਈ that passes by Jerusalem. ਯਰੂਸ਼ਲਮ ਦੇ ਕੋਲ ਦੀ ਗੁਜ਼ਰ ਕੇ ਜਾਂਦਾ। And the main speaker is the bridegroom, Solomon. ਦੁਲਹਾ ਜਿਹੜਾ ਹੈਗਾ ਸੁਲੇਮਾਨ, ਉਹ ਗੱਲ ਕਰਦਾ ਹੈਗਾ। And the third section ਤੀਸਰਾ ਹਿੱਸਾ is chapter 5, verse 2 to chapter 8, verse 14. 5ਵਾਂ ਚੈਪਟਰ ਦੂਸਰੀ ਆਇਤ ਤੋਂ ਲੈ ਕੇ 8ਵਾਂ ਚੈਪਟਰ 14 ਆਇਤ ਤੱਕ That speaks of their happy married life ਉਹਨਾਂ ਦੇ ਸੋਹਣੇ ਵਿਆਹਤਾ ਜੀਵਨ ਦੇ ਬਾਰੇ ਬਿਆਨ ਕੀਤਾ ਗਿਆ। and their experience of the painful experience of separation and then reunion. ਜਦੋਂ ਉਹਨਾਂ ਦੀ ਜੁਦਾਈ ਹੁੰਦੀ ਆ ਉਹਦਾ ਦਰਦ ਬਿਆਨ ਕੀਤਾ ਗਿਆ ਹੈਗਾ, ਜਦੋਂ ਵਾਪਸ ਮੁੜ ਕੇ ਮਿਲਦੇ ਹੈਗੇ ਆ ਉਹ ਮਿਲਾਪ ਦਾ ਜਿਹੜਾ ਪਿਆਰ ਦਾ ਜਿਹੜਾ ਜਜ਼ਬਾਤ ਹੈਗੇ ਉਹ ਸਮਝਾਏ It talks ਜਾਂਦੇ ਆ। about the couple coming together and their marriage and their love is tested and it matures. ਦੋ ਜਣੇ ਪਿਆਰ ਕਰਦੇ ਆ, ਵਿਆਹ ਕਰਦੇ ਆ, ਉਹਨਾਂ ਦੇ ਪਿਆਰ ਦੇ ਰਿਸ਼ਤੇ ਦੀ ਅਜ਼ਮਾਇਸ਼ ਕੀਤੀ ਜਾਂਦੀ ਹੈਗੀ ਆ, ਉਹ ਕਿੱਦਾਂ ਅਜ਼ਮਾਇਸ਼ ਦਾ ਸਾਹਮਣਾ ਕਰਦੇ ਆ ਔਰ ਕਿੱਦਾਂ ਦੁਬਾਰਾ ਮੁੜ ਕੇ ਫਿਰ ਇਕੱਠੇ ਹੁੰਦੇ ਆ। So why has God given us this book? ਸੋ ਕਿਉਂ ਪ੍ਰਭੂ ਨੇ ਸਾਨੂੰ ਇਹ ਕਿਤਾਬ ਦਿੱਤੀ ਆ? It shows how beautifully God views the marriage relationship. ਪਤਾ ਲੱਗਦਾ ਕਿ ਪਰਮੇਸ਼ਵਰ ਕਿੰਨੇ ਸੋਹਣੇ ਤਰੀਕੇ ਦੇ ਨਾਲ ਵਿਆਹ ਸ਼ਾਦੀ ਦੇ ਰਿਸ਼ਤੇ ਨੂੰ ਦੇਖਦੇ ਆ। That God is not shy or ashamed to speak of the closeness and intimacy that should exist in married life. ਵਿਆਹ ਦੇ ਵਿੱਚ ਆਦਮੀ ਦੀ ਦੇ ਵਿਚਕਾਰ ਜਿਹੜਾ ਪਿਆਰ, ਜਿਹੜੇ ਕਰੀਬੀਪਨ, ਜਿਹੜਾ ਡੂੰਘਾ ਰਿਸ਼ਤਾ ਹੋਣਾ ਚਾਹੀਦਾ, ਉਹਦੇ ਬਾਰੇ ਪਰਮੇਸ਼ਵਰ ਵੀ ਬਿਆਨ ਕਰਨ ਤੋਂ ਸ਼ਰਮਾਉਂਦਾ ਨਹੀਂ ਹੈਗਾ। I don't know how many of you have seen the film Fiddler on the Roof. Maybe not many of you. ਪਤਾ ਨਹੀਂ ਕਿੰਨੇ ਨੇ ਫਿਲਮ ਦੇਖੀ ਹੈਗੀ ਆ ਫਿਡਲਰ ਔਨ ਦ ਰੂਫ, ਅੰਗਰੇਜ਼ੀ ਫਿਲਮ। It's a nice family musical film. ਬਹੁਤ ਸੋਹਣੀ ਅੰਗਰੇਜ਼ੀ ਦੀ ਫਿਲਮ ਹੈਗੀ ਆ, ਇੱਕ ਪਰਿਵਾਰ ਦੇ ਬਾਰੇ। And it's the story of a Jewish family. ਇੱਕ ਯਹੂਦੀ ਘਰਾਣੇ ਬਾਰੇ ਫਿਲਮ ਆ। And they are a very traditional Jewish, the parents are very traditional Jewish parents. ਕੱਟੜ ਯਹੂਦੀ ਪਰਿਵਾਰ ਦੇ ਲੋਕ ਆ ਉਹ। But then the children begin to question the traditions. Mom, Dad, why do you have these traditions? ਬੱਚੇ ਫਿਰ ਸਵਾਲ ਜਵਾਬ ਕਰਨ ਲੱਗ ਪੈਂਦੇ ਮਾਪੇ ਨੂੰ ਕਿ ਇਹ ਸਾਡੇ ਰੀਤੀ ਰਿਵਾਜ ਕਿਉਂ ਹੈਗੇ ਆ। And the father, well, it's tradition. ਬਾਪ ਕੀ ਕਹਿੰਦਾ, ਇਹ ਤਾਂ ਰਿਵਾਜ ਹੈ ਸਾਡਾ, ਏਦਾਂ ਹੀ ਹੋਣਾ। He doesn't know. ਹੁਣ ਆਪ ਨੂੰ ਪਤਾ ਨਹੀਂ ਹੈਗਾ ਪਰ ਕਹਿੰਦਾ ਸਹੀ ਤਾਂ ਰਿਵਾਜ ਹੈ ਸਾਡਾ, It's just tradition. ਇਹ ਸਾਡੇ ਰਿਵਾਜ ਹੈਗੇ ਆ ਜੀ। And then the children, instead of following the Jewish tradition of having arranged marriages, ਸੋ ਬੱਚੇ ਬਜਾਏ ਇਸ ਦੇ ਕਿ ਯਹੂਦੀ ਤਰੀਕੇ ਅਨੁਸਾਰ ਉਹ ਵਿਆਹ ਕਰਨ ਜਿੱਦਾਂ ਯਹੂਦੀ ਕਾਇਦੇ ਕਾਨੂੰਨ ਕਹਿੰਦੇ ਹੈਗੇ ਆ, slowly begin to find their own spouses. They fall in love and they begin to marry their own spouses. ਹੌਲੀ ਹੌਲੀ ਉਹਨਾਂ ਨੂੰ ਬਾਹਰ ਪਿਆਰ ਪੈ ਜਾਂਦਾ ਹੈਗਾ ਔਰ ਉਹ ਆਪਣੇ ਯਹੂਦੀਪਨ ਤੋਂ ਬਾਹਰ ਰਿਸ਼ਤੇ ਲੱਭ ਕੇ ਤਾਂ ਵਿਆਹ ਕਰ ਲੈਂਦੇ ਆ। And the mother and father who are getting older, ਮਾਂ ਬਾਪ ਜਿਹੜੇ ਸਿਆਣੇ ਹੋਈ ਜਾਂਦੇ ਆ, they ask themselves, well, our children talk about love. What is love? ਵਾਪਸ ਸਵਾਲ ਪੁੱਛਦੇ ਇੱਕ ਦੂਸਰੇ ਨੂੰ ਕਿ ਸਾਡੇ ਬੱਚੇ ਪਿਆਰ ਦੇ ਬਾਰੇ ਗੱਲ ਤਾਂ ਕਰਦੇ, ਪਿਆਰ ਕੀ ਚੀਜ਼ ਆ, ਇਹ ਕਿਹੜੀ ਚਿੜੀਆ ਹੈਗੀ ਆ ਪਿਆਰ। And the husband says to his wife, ਆਦਮੀ ਕਹਿੰਦਾ ਆਪਣੀ ਤੀਵੀਂ ਨੂੰ, oh, well, do you love me? ਉਹਨੂੰ ਪੁੱਛਦਾ ਕਹਿੰਦਾ ਕਿ ਤੂੰ ਮੈਨੂੰ ਪਿਆਰ ਕਰਦੀ ਆ। And the wife replies, ਉਹ ਕਹਿੰਦੀ I've lived with you for over 30, 40 years. 30-40 ਸਾਲ ਹੋ ਗਏ ਮੈਨੂੰ ਤੇਰੇ ਕੋਲ ਰਹਿੰਦੀ ਨੂੰ, I've given you your children. ਤੈਨੂੰ ਮੈਂ ਬੱਚੇ ਪੈਦਾ ਕਰਕੇ ਦਿੱਤੇ ਆ, I've brought them up. ਬੱਚੇ ਵੱਡੇ ਕੀਤੇ ਆ, I've cleaned your house. ਮੈਂ ਤੇਰੇ ਘਰ ਦੀ ਸਫਾਈ ਕੀਤੀ ਆ। But the husband said, look, wait. I didn't ask you that. I asked you, do you love me? ਕਹਿੰਦਾ ਮੈਂ ਨਹੀਂ ਪੁੱਛਿਆ ਸਾਰਾ ਕੁਝ ਤੂੰ ਕੀ ਕੀਤਾ, ਮੈਂ ਪੁੱਛਿਆ ਕਿ ਕੀ ਤੂੰ ਮੈਨੂੰ ਪਿਆਰ ਕਰਦੀ ਆ। And she goes on. ਉਹ ਫਿਰ ਆਪਣਾ ਭਾਸ਼ਣ ਸ਼ੁਰੂ ਕਰ ਦਿੰਦੀ ਆ, Wash your clothes. ਮੈਂ ਤੇਰੇ ਕੱਪੜੇ ਧੋਂਦੀ ਆ, I iron them. ਮੈਂ ਤੇਰੇ ਉਹਨੂੰ ਇਸਤਰੀ ਕਰਦੀ ਆ, I scrub the floor. I do the cooking. ਮੈਂ ਸਫਾਈ ਕਰਦੀ ਆ, ਮੈਂ ਝਾੜੂ ਪੋਚਾ ਕਰਦੀ look ਆ, after ਮੈਂ the ਰੋਟੀ ਬਣਾਉਣੀ ਆ। garden. ਸੌਰੀ, I look after the garden. ਮੈਂ ਬਾਗ ਬਗੀਚੇ ਦੀ ਦੇਖਭਾਲ ਕਰਦੀ ਆ। And she goes on with this long list. ਉਹ ਆਪਣੀ ਲੰਬੀ ਲਿਸਟ ਲੈ ਕੇ ਬਹਿ ਜਾਂਦੀ ਆ, ਮੈਂ ਨਾ ਕੁਝ ਕਰਦੀ ਤੇਰੇ ਲਈ। The point is this. ਗੱਲ ਇਹ ਹੈਗੀ ਆ, She finds it so hard to say to her husband, yes, I love you. ਉਹਨੂੰ ਬੜਾ ਔਖਾ ਲੱਗਦਾ ਕਹਿਣਾ ਆਪਣੇ ਆਦਮੀ ਨੂੰ ਕਿ ਜੀ ਮੈਂ ਤੁਹਾਨੂੰ ਵੀ ਪਿਆਰ ਕਰਦੀ ਆ। Now, I wonder how many marriages are like this.
ਕਿੰਨੀਆਂ ਵਿਆਹ ਸ਼ਾਦੀਆਂ ਸਾਡੀਆਂ ਇਦਾਂ ਦੀਆਂ ਹੈਗੀਆਂ that couples can't say to each other, I love you. ਕਿ ਆਦਮੀ ਤੀਵੀਂ ਨੂੰ ਉਹਦੇ ਸੰਗ ਵਿੱਚ ਗੱਲ ਰੁਕ ਜਾਂਦੀ ਹੈਗੀ ਕਹਿਣ ਦੇ ਲਈ ਕਿ ਮੈਂ ਤੈਨੂੰ ਪਿਆਰ ਕਰਦੀ ਹਾਂ ਜਾਂ ਪਿਆਰ ਕਰਦਾ Now, if that's too much for you in your culture, maybe in the Punjabi culture, you could say things in a more culturally appropriate way. ਹੋ ਸਕਦਾ ਪੰਜਾਬੀਆਂ ਦੇ ਲਈ ਉਹਨਾਂ ਦੇ ਸੰਗ ਵਿੱਚ ਗੱਲ ਅੜਦੀ ਹੋਵੇ ਕਹਿਣਾ ਆਪਣੇ ਆਦਮੀ ਦੇ ਤੀਵੀਂ ਨੂੰ ਕਿ ਮੈਂ ਤੈਨੂੰ ਪਿਆਰ ਕਰਦੀ ਹਾਂ ਜਾਂ ਪਿਆਰ ਕਰਦਾ ਪਰ ਹੋਰ ਬਹੁਤ ਸਾਰੇ ਤਰੀਕੇ ਹੈਗੇ ਕਹਿਣ ਦੇ ਕਿ ਮੈਂ ਪਿਆਰ ਕਰਦਾ ਜਾਂ ਕਰਦੀ ਹਾਂ You know, I think you should be able to do it even in the Punjabi culture. But if you find that so hard, you can say things like, I like you, I appreciate you. ਪੰਜਾਬੀਆਂ ਦੇ ਲਈ ਵੀ ਜੇ ਤੁਹਾਨੂੰ ਔਖਾ ਲੱਗਦਾ ਹੈ ਕਿ ਲਫ਼ਜ਼ ਮੂੰਹ ਚੋਂ ਕਹਿਣੇ ਇੰਨਾ ਤਾਂ ਕਮ ਸੇ ਕਮ ਕਹਿ ਸਕਦੇ ਕਿ ਜੀ ਤੁਸੀਂ ਮੈਨੂੰ ਚੰਗੇ ਲੱਗਦੇ ਆ ਜਾਂ ਤੁਸੀਂ ਮੈਨੂੰ ਸੋਹਣੇ ਲੱਗਦੇ ਆ ਇੰਨਾ ਤਾਂ ਕਹਿ ਸਕਦੇ ਕਮ ਸੇ ਕਮ The Bible teaches that marriage is the most important relationship on earth. ਪ੍ਰਭੂ ਦਾ ਵਚਨ ਕੀ ਦੱਸਦਾ ਸਾਨੂੰ ਕਿ ਵਿਆਹ ਸ਼ਾਦੀ ਦਾ ਰਿਸ਼ਤਾ ਜ਼ਿੰਦਗੀ ਦੇ ਵਿੱਚ ਧਰਤੀ ਉੱਤੇ ਸਭ ਤੋਂ ਪਾਕ ਪਵਿੱਤਰ ਰਿਸ਼ਤਾ ਹੈਗਾ And if you can function well as husband and wife, you'll find you'll function well in other relationships. ਜੇ ਤੁਹਾਡਾ ਇਹ ਰਿਸ਼ਤਾ ਠੀਕ ਹੋਊਗਾ ਤੇ ਤੁਸੀਂ ਹੋਰ ਵੀ ਆਪਣੇ ਰਿਸ਼ਤਿਆਂ ਦੇ ਵਿੱਚ ਸਫਲ ਹੋਵੋਗੇ That's why we have the Song of Solomon. ਤਾਂ ਹੀ ਇਹ ਕਿਤਾਬ ਲਿਖੀ ਗਈ ਹੈ ਕਿ ਸੁਲੇਮਾਨ ਦੇ ਸ੍ਰੇਸ਼ਟ ਗੀਤ In fact, God values marriage so highly ਪਰਮੇਸ਼ਵਰ ਵਿਆਹ ਸ਼ਾਦੀ ਦੇ ਦਰਜੇ ਨੂੰ ਉੱਚਾ ਦਰਜਾ ਦਿੰਦੇ ਉੱਚਾ ਅਹੁਦਾ ਦਿੰਦੇ ਆ that it is that relationship ਉਹ ਰਿਸ਼ਤਾ ਹੈਗਾ that he uses to describe the relationship between Christ and his church. ਉਹ ਰਿਸ਼ਤੇ ਦਾ ਕਹਿੰਦਾ ਹੈਗਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਤੇ ਮੰਡਲੀ ਦੇ ਬਾਰੇ ਜਿਹੜਾ ਰਿਸ਼ਤਾ ਹੈਗਾ ਉਹਦਾ ਬਿਆਨ ਕਰਨ ਦੇ ਲਈ And the love between Christ and his church ਮਸੀਹ ਤੇ ਉਹਦੀ ਮੰਡਲੀ ਦੇ ਵਿੱਚ ਜਿਹੜਾ ਪਿਆਰ ਹੈਗਾ ਉਸ ਪਿਆਰ ਦਾ ਇਜ਼ਹਾਰ ਕਰਦਾ ਹੈਗਾ ਪ੍ਰਭੂ the Christ the bridegroom ਪ੍ਰਭੂ ਯਿਸੂ ਮਸੀਹ ਜਿਹੜਾ ਦੁਲਹਾ ਹੈਗਾ is not ashamed of his bride, ਉਹ ਸ਼ਰਮਿੰਦਾ ਨਹੀਂ ਹੈਗਾ ਆਪਣੀ ਦੁਲਹਨ ਤੋਂ the church, ਮੰਡਲੀ and to express love ਪਿਆਰ ਦਾ ਇਜ਼ਹਾਰ ਕਰਨਾ to his church. ਮੰਡਲੀ ਨੂੰ And he does that by dying for his bride. ਪ੍ਰਭੂ ਕਿੱਦਾਂ ਆਪਣਾ ਪਿਆਰ ਦਿਖਾਉਂਦਾ ਮੰਡਲੀ ਦੇ ਲਈ ਸਲੀਬ ਤੇ ਮਰ ਕੇ And we see wonderful pictures of this in the Song of Solomon from time ਸੁਲੇਮਾਨ to ਦੇ time. ਸ੍ਰੇਸ਼ਟ ਗੀਤ ਕਿਤਾਬ ਦੇ ਵਿੱਚ ਬਹੁਤ ਸੋਹਣੀ ਸਾਨੂੰ ਤਸਵੀਰ ਦਿਖਾਈ ਗਈ ਹੈਗੀ ਇਸ ਗੱਲ ਦੀ Solomon the husband, ਸੁਲੇਮਾਨ ਜਿਹੜਾ ਪਤੀ ਹੈਗਾ like Christ, ਪ੍ਰਭੂ ਯਿਸੂ ਮਸੀਹ ਵਾਂਗਰ loves his bride, Shulamite, ਆਪਣੀ ਪਤਨੀ ਜਿਹੜੀ ਸ਼ੁਲੇਮਾਈਟ ਹੈਗੀ ਆ ਉਹਨੂੰ ਪਿਆਰ ਕਰਦਾ as Christ loved the church. ਜਿੱਦਾਂ ਪ੍ਰਭੂ ਯਿਸੂ ਮਸੀਹ ਨੇ ਆਪਣੀ ਮੰਡਲੀ ਨੂੰ ਪਿਆਰ ਕੀਤਾ So, young people, ਸੋ ਜਵਾਨ ਬੱਚਿਓ let me say to you ਤੁਹਾਨੂੰ again, ਦੱਸਾਂਗੇ ਫਿਰ as I did last time, ਜਿਹੜਾ ਪਿਛਲੀ ਵਾਰ ਕਿਹਾ ਸੀਗਾ keep your life pure. ਆਪਣੀ ਜ਼ਿੰਦਗੀ ਨੂੰ ਪਵਿੱਤਰ ਰੱਖੋ Don't engage in sexual relationships outside marriage. ਵਿਆਹ ਤੋਂ ਬਾਅਦ ਹਰਾਮਕਾਰੀ ਵਿੱਚ ਨਾ ਜੁਟੋ You do damage to yourself spiritually. ਰੂਹਾਨੀ ਤੌਰ ਤੇ ਨੁਕਸਾਨ ਉਠਾਓਗੇ You sin against God. You sin against the body, the Bible ਪ੍ਰਭੂ says. ਦੇ ਖਿਲਾਫ ਪਾਪ ਕਰਦੇ ਆ ਆਪਣੇ ਦੇਹ ਦੇ ਖਿਲਾਫ ਪਾਪ ਕਰਦੇ ਆ And emotionally, you're damaged as well. ਜਜ਼ਬਾਤੀ ਤੌਰ ਤੇ ਵੀ ਤੁਹਾਡਾ ਜ਼ਿਹਨੀ ਨੁਕਸਾਨ ਹੁੰਦਾ ਹੈਗਾ And it's unhealthy for you for future relationships. ਔਰ ਆਉਣ ਵਾਲੇ ਰਿਸ਼ਤਿਆਂ ਦੇ ਲਈ ਵੀ ਇਹ ਸਵਸਥ ਗੱਲ ਨਹੀਂ ਹੈਗੀ So keep yourself for your spouse, ਆਪਣੇ ਆਪ ਨੂੰ ਆਪਣੇ ਸ਼ਰਧਾਂਜਲੀ ਦੇ ਲਈ ਪਵਿੱਤਰ ਰੱਖੋ because their physical relationships can be enjoyed. ਤਾਂ ਕਿ ਤੁਸੀਂ ਉਸ ਰਿਸ਼ਤੇ ਦਾ ਫਾਇਦਾ ਉਠਾ ਸਕੋ So this is kind of the overall message of the Song of Solomon. ਇਹ ਪੈਗਾਮ ਹੈਗਾ ਮੋਟਾ ਪੈਗਾਮ ਹੈਗਾ ਸੁਲੇਮਾਨ ਦੀ ਸ੍ਰੇਸ਼ਟ ਗੀਤ ਕਿਤਾਬ ਦਾ This is how we are to understand it. It's a love poem. ਇਹ ਪਿਆਰ ਦੀ ਕਵਿਤਾ ਹੈਗੀ ਆ But secondly, ਦੂਸਰੀ ਗੱਲ let me take one example ਇੱਕ ਮਿਸਾਲ ਲਈਏ of Solomon and the Shulamite ਸੁਲੇਮਾਨ ਤੇ ਸ਼ੁਲੇਮਾਨ ਦੀ ਤੀਵੀਂ and relate it to Christ and the church. ਜਿਹੜੀ ਕਿ ਪ੍ਰਭੂ ਯਿਸੂ ਮਸੀਹ ਦੀ ਮੰਡਲੀ ਦੇ ਨਾਲ ਤਾਲੁਕਾਤ ਰੱਖਦੀ ਆ Okay, so please now have your Bibles open ਸਭ ਨੇ ਬਾਈਬਲ ਖੋਲੋ ਹੁਣ to chapter 5. ਪੰਜਵਾਂ ਚੈਪਟਰ ਸੁਲੇਮਾਨ ਦੀ ਸ੍ਰੇਸ਼ਟ ਗੀਤ And we're going to look at this ਅਸੀਂ ਦੇਖਾਂਗੇ on the human level ਇਨਸਾਨੀ ਤੌਰ ਤੇ and then elevate it ਫਿਰ ਉਹਨੂੰ ਅਸੀਂ ਉੱਚਾ ਕਰਾਂਗੇ to a spiritual level ਰੂਹਾਨੀ ਤਰੀਕੇ ਦੇ ਨਾਲ to see the relationship between Christ and the church. ਪ੍ਰਭੂ ਯਿਸੂ ਮਸੀਹ ਤੋਂ ਦੀ ਮੰਡੀ ਦੇ ਵਿਚਕਾਰ ਜਿਹੜਾ ਰਿਸ਼ਤਾ ਹੈਗਾ ਉਹ ਤੇ ਗੌਰ ਕਰਨ ਦੇ ਲਈ So, chapter 5, verse 2, ਪੰਜਵਾਂ ਚੈਪਟਰ ਦੂਸਰੀ ਆਇਤ all the way to chapter 6 and verse 8, ਛੇਵਾਂ ਚੈਪਟਰ 8ਵੀਂ ਆਇਤ ਤੱਕ is a wonderful account ਇੱਕ ਬਹੁਤ ਸੋਹਣਾ ਬਿਆਨ ਕੀਤਾ ਗਿਆ of
The Shulamite, ਸ਼ੁਲੇਮਾਤ ਤੀਵੀਂ ਬਾਰੇ, who recalls a dream or she has a troubled night, ਰਾਤ ਨੂੰ ਸੌਂਦੀ ਨਹੀਂ ਹੈਗੀ, ਉਹਨੂੰ ਉਹ ਖੁਆਬ ਬਾਰੇ ਸੋਚਦੀ ਆ। and she thinks about, this is soon after she was married to Solomon. ਵਿਆਹ ਤੋਂ ਬਹੁਤ ਜਲਦੀ ਬਾਅਦ ਸੋਚਣ ਲੱਗ ਪੈਂਦੀ ਆ। In the dream or the incident, she is separated from her husband. ਸੁਪਨੇ ਵਿੱਚ, ਹਾਦਸੇ ਵਿੱਚ ਉਹ ਆਪਣੇ ਪਤੀ ਤੋਂ ਅਲੱਗ ਹੋ ਜਾਂਦੀ ਆ, And she goes through terrible agony ਔਰ ਬਹੁਤ ਉਹ ਮੁਬਤਲਾ ਹੁੰਦੀ ਹੈਗੀ ਦਰਦ ਦੇ ਵਿੱਚ, until at last they are reunited. ਜਿੰਨਾ ਚਿਰ ਉਹਦਾ ਮੁੜ ਕੇ ਮਿਲਾਪ ਨਹੀਂ ਹੁੰਦਾ ਆਦਮੀ ਦੇ ਨਾਲ। So, chapter 5 and verse 2, ਦੂਸਰੀ ਆਇਤ 5ਵੇਂ ਚੈਪਟਰ it ਦੀ says this: ਕੀ ਲਿਖਿਆ? I sleep, but my heart is awake. ਮੈਂ ਸੋਤੀ ਹੂੰ ਪਰ ਮੇਰਾ ਦਿਲ ਜਾਗਤਾ ਹੈ। The Shulamite, the woman, is in bed at night. ਤੀਵੀਂ ਸੁੱਤੀ ਪਈ ਹੈ, ਬੈੱਡ ਦੇ ਵਿੱਚ ਪਈ Her ਆ, husband is far away, ਉਹਦਾ ਪਤੀ ਕਿਤੇ ਦੂਰ ਗਿਆ ਆ, and he's made a long journey through the night, ਲੰਬਾ ਸਫ਼ਰ ਕਰਕੇ ਗਿਆ ਹੈਗਾ, and he comes back home. ਉਹ ਵਾਪਸ ਘਰ ਆਉਂਦਾ, And the wife is tired. She's been waiting for him. ਉਹਦੀ ਤੀਵੀਂ ਥੱਕੀ ਪਈ ਆ, ਉਹਦਾ ਇੰਤਜ਼ਾਰ ਕਰਦੀ ਆ, And she shuts the door and she sleeps. ਉਹ ਦਰਵਾਜ਼ਾ ਬੰਦ ਕਰਕੇ ਤਾਂ ਪਈ ਜਾਂਦੀ ਹੈਗੀ ਆ। And you get these words: I sleep, but my heart is awake. ਮੈਂ ਸੋਤੀ ਹੂੰ ਪਰ ਮੇਰਾ ਦਿਲ ਜਾਗਤਾ ਹੈ। She's sleeping, but her heart is awake. She longs for her husband to return. ਕਹਿੰਦੀ ਮੈਂ ਤਾਂ ਸੁੱਤੀ ਪਈ, ਮੇਰਾ ਦਿਲ ਜਾਗਦਾ ਕਿ ਮੇਰਾ ਪਤੀ ਕਦੋਂ ਵਾਪਸ ਆਊਗਾ। She's half asleep, she's half awake. ਅੱਧੀ ਸੁੱਤੀ ਆ, ਅੱਧੀ ਜਾਗਦੀ ਆ। But then Solomon comes back ਫਿਰ ਸੁਲੇਮਾਨ ਆ ਜਾਂਦਾ, and he speaks to her and he knocks on the door. ਆ ਕੇ ਦਰਵਾਜ਼ਾ ਖਟਖਟਾਉਂਦਾ ਤੇ ਉਹਦੇ ਨਾਲ ਗੱਲ ਕਰਦਾ। Verse 2 again, it says, the second line says, it's the voice of my beloved. He knocks, saying, open for me. दूसरी आयत कहती है, दूसरे सा मेरे महबूब की आवाज़ है जो खटखटाता और कहता है मेरे लिए दरवाजा खोल। He's knocking. It's the voice. She realizes it's the voice of my beloved. आवाज़ पहचान दी कि मेरे प्यारे महबूब दी आवाज़ हैगी आ। Remember, this is poetical language. ये जज्बाती ये शेरो शायरी हैगी आ। Now, there's a beautiful picture of love here between Christ and his people. ऐसी तस्वीर हैगी प्रभु यीशु मसीह और उदी मंडली दे वजह प्यार हैगा ना, वो प्यार दी तस्वीर हैगी आ। We are sometimes like the Shulamite. असी भी बहुत दफा शोले मार तीमी वर्गे होए ने आ। Our love for our Solomon Christ साडा प्यार साडे सुलेमान दे लई, साडे मसीह दे लई can become lukewarm. कई दफा नीम गर्म हो जांदा। We're spiritually asleep, but our heart is awake. रूहानी तौर ते असीं सुत्ते हुन्ने आ पर साडा दिल जागदा हुंदा। We're half asleep, we're half awake spiritually. रूहानी तौर ते अद्धे सुत्ते हुन्ने अद्धे जागदे हुन्ने आ। We're neither hot nor cold. ना गर्म आ ना ठंडे आ। There's a parallel passage ਇਹਦੇ ਨਾਲ ਰਲਦੀ ਮਿਲਦੀ ਆਇਤ ਹੈਗੀ ਆ to this in the book of Revelation. ਪ੍ਰਕਾਸ਼ ਦੀ ਪੋਥੀ ਵਿੱਚ, Revelation chapter 3, ਪ੍ਰਕਾਸ਼ ਦੀ ਪੋਥੀ 3, where Christ is speaking here to the church of the Laodiceans. ਪ੍ਰਭੂ ਯੀਸ਼ੂ ਮਸੀਹ ਲਾਓਦੀਕਿਆ ਦੀ ਮੰਡਲੀ ਦੇ ਨਾਲ ਗੱਲ ਕਰ ਰਹੇ ਹੈਗੇ ਆ। And when Jesus speaks to the church, he may have had this passage in mind. ਜਦੋਂ ਪ੍ਰਭੂ ਗੱਲ ਕਰਦੇ ਮੰਡਲੀ ਦੇ ਨਾਲ, ਹੋ ਸਕਦਾ ਉਹਨਾਂ ਦੇ ਦਿਲ ਦੇ ਵਿੱਚ, ਪ੍ਰਭੂ ਦੇ ਦਿਲ ਦੇ ਵਿੱਚ ਇਹ ਆਇਤ ਹੋਵੇ। The church here was in an awful condition. ਇੱਥੇ ਮੰਡਲੀ ਬਹੁਤ ਬੁਰੀ ਹਾਲਤ ਵਿੱਚ ਸੀਗੀ। And it says this, ਕੀ ਲਿਖਿਆ? verse 15 of chapter 3 Revelation, I 10, know 15. your works, that you are neither hot nor cold. I could wish you were cold or hot. मैं तेरे कामों को जानता हूँ कि ना तू सर्द है ना गर्म, काश के तू सर्द या गर्म होता। Are we like this? ऐदां दे सी, Neither hot or cold? ना ठंडे ना गर्म, Indifferent, careless, we couldn't care less. परवाह नहीं है कि कोई भी फिक्र नहीं है कि कुछ भी हो जाए, कोई गल नहीं। We say we love Jesus, ਅਸੀਂ ਕਹਿੰਦੇ ਕਿ ਅਸੀਂ ਪ੍ਰਭੂ ਨੂੰ ਪਿਆਰ ਕਰਦੇ ਆ, but we're half awake, half asleep. ਪਰ ਅੱਧੇ ਜਾਗਦੇ ਆ, ਅੱਧੇ ਸੁੱਤੇ ਆ। One foot in Christ, ਇੱਕ ਪੈਰ ਮਸੀਹ 'ਚ ਹੈਗਾ, another foot in the world. ਦੂਸਰਾ ਪੈਰ ਦੁਨੀਆ ਵਿੱਚ ਹੈਗਾ। Jesus goes on to say ਪ੍ਰਭੂ ਕਹਿੰਦੇ ਆ, that I'll spew you out of my mouth. ਪ੍ਰਭੂ ਕਹਿੰਦੇ ਮੈਂ ਤੁਹਾਨੂੰ ਆਪਣੇ ਮੂੰਹ ਦੇ ਵਿੱਚੋਂ ਉਗਲ ਦਊਂਗਾ। In other words, this is sickening to him. ਪ੍ਰਭੂ ਕਹਿੰਦੇ ਕਿ ਮੈਨੂੰ ਉਲਟੀ ਆਉਂਦੀ ਹੈ ਦੇਖ ਕੇ ਇਹ ਸੁਣ ਕੇ। Because your love for me is divided. ਕੀ ਕਹਿੰਦੇ ਪ੍ਰਭੂ ਕਿ ਤੁਹਾਡਾ ਪਿਆਰ ਜਿਹੜਾ ਹੈਗਾ ਮੇਰੇ ਲਈ ਉਹ ਵੰਡ ਚੁੱਕਿਆ ਹੈਗਾ, ਤੁਸੀਂ ਵੰਡ ਚੁੱਕੇ ਹੋ ਉਹਨੂੰ। In the Song of Solomon, ਸੁਲੇਮਾਨ ਦੇ ਗੀਤ ਦੇ ਵਿੱਚ again verse 2, ਦੂਸਰੀ ਆਇਤ, it tells us here that Solomon comes back, ਸੁਲੇਮਾਨ ਵਾਪਸ ਆਉਂਦਾ। ਦੂਸਰੀ ਆਇਤ 'ਚ ਲਿਖਿਆ, telling the Shulamite to open and let him in. ਉਹ ਕਹਿੰਦਾ ਕਿ ਦਰਵਾਜ਼ਾ ਖੋਲ, ਮੈਂ ਅੰਦਰ ਆਉਣਾ। It tells us there that his head is covered with dew. ਉਹ ਕਹਿੰਦਾ ਕਿ ਮੇਰੇ ਵਾਲ ਜਿਹੜੇ ਹੈਗੇ ਆ, ਜ਼ੁਲਫਾਂ ਮੇਰੀਆਂ
ਉਹ ਸ਼ਬਨਮ ਦੀ ਬੂੰਦਾਂ ਦੇ ਨਾਲ ਭਰੀਆਂ ਹੋਈਆਂ ਹੈਗੀਆਂ। It's wet, ਗਿੱਲਾ ਹੈਗਾ ਕਹਿੰਦਾ ਸਿਰ ਮੇਰਾ। but his wife is tired. ਉਹਦੀ ਤੀਵੀਂ ਉਹ ਬਹੁਤ ਥੱਕੀ ਪਈ She's ਆ, half asleep. ਅੱਧੀ ਸੁੱਤੀ ਪਈ ਆ। What does Christ do to lukewarm Christians? ਜਿਹੜੇ ਨੀਮ ਗਰਮ ਵਿਸ਼ਵਾਸੀ ਹੈਗੇ ਆ ਉਹਨਾਂ ਦੇ ਨਾਲ ਪ੍ਰਭੂ ਯਿਸੂ ਮਸੀਹ ਕੀ ਕਰਦੇ ਆ? Revelation chapter 3 verse 20. ਪ੍ਰਕਾਸ਼ ਦੀ ਪੋਥੀ 3:20 It says this, behold, I stand at the door and knock. If anyone hears my voice and opens the door, I will come into him and dine with him and he with me. प्रकाश दी पोथी तीसरा चैप्टर 20 आयत लिखा हैगा, देख मैं दिल के दरवाजे पर खड़ा हुआ खटखटाता हूँ, अगर कोई मेरी आवाज़ सुनकर दरवाज़ा खोलेगा तो मैं उसके साथ अंदर जाकर उसके साथ खाना खाऊंगा और वो मेरे साथ। Here, Christ in the church of Laodicea is knocking on the door of the church, telling them to let him in. प्रभु यीशु मसीह लाउदीकिया दी मंडली दे दरवाजे दे उत्ते उन दे दिल दे दरवाजे उत्ते खटखटाਉਂਦੇ ਆ ਕਿ ਮੈਨੂੰ ਅੰਦਰ ਆਉਣ ਦਿਓ। This is the backslidden church. ਇਹ ਉਹ ਮੰਡਲੀ ਜਿਹੜੀ ਠੰਡੀ ਪੈ ਗਈ ਆ। And he does the same with believers, knocking on the door of their hearts. ਵਿਸ਼ਵਾਸੀਆਂ ਦੇ ਨਾਲ ਪ੍ਰਭੂ ਅੱਜ ਵੀ ਇਹੀ ਕਰਦੇ ਆ। ਪ੍ਰਭੂ ਵਿਸ਼ਵਾਸੀਆਂ ਦੇ ਦਿਲ ਦੇ ਦਰਵਾਜ਼ੇ ਉੱਤੇ ਖਟਖਟਾਉਂਦੇ ਆ ਕਿ ਮੈਨੂੰ ਅੰਦਰ ਆਉਣ ਦਿਓ। Christ is already there. ਪ੍ਰਭੂ ਤੇ ਹੈ ਉੱਥੇ। If we are believers, ਜੇ ਅਸੀਂ ਵਿਸ਼ਵਾਸੀ ਹੈਗੇ ਤਾਂ ਪ੍ਰਭੂ ਆਲਰੇਡੀ ਹੈ ਸਾਡੇ but ਦਿਲ he ਵਿੱਚ। wants us to know his presence and feel it and ਪ੍ਰਭੂ dine ਚਾਹੁੰਦਾ with him. ਪ੍ਰਭੂ ਚਾਹੁੰਦੇ ਤੁਸੀਂ ਮੇਰੀ ਹਜ਼ੂਰੀ ਨੂੰ ਮਹਿਸੂਸ ਕਰੋ, ਜਾਣੋ ਮੈਂ ਤੁਹਾਡੇ ਵਿੱਚ ਹੈਗਾ, ਤੁਸੀਂ ਮੇਰੇ ਨਾਲ ਬੈਠ ਕੇ ਖਾਣਾ ਛਕੋ। He wants us to be close to him so that we can know his beautiful love. ਪ੍ਰਭੂ ਚਾਹੁੰਦੇ ਕਿ ਅਸੀਂ ਉਹਦੇ ਇੰਨੇ ਕਰੀਬ ਹੋਈਏ ਕਿ ਅਸੀਂ ਉਹਦੇ ਸੋਹਣੇ ਪਿਆਰ ਨੂੰ ਜਾਣੀਏ, ਮਹਿਸੂਸ ਕਰੀਏ। See, Solomon in the Song of Solomon, he knocks at the door ਸ੍ਰਿਸ਼ਟ ਕੀਤੇ ਸੁਲੇਮਾਨ ਕੀ ਕਰਦਾ? ਉਹ ਦਰਵਾਜ਼ੇ ਤੇ ਖਟਖਟਾਉਂਦਾ, and he speaks kind words. ਬਹੁਤ ਪਿਆਰੇ ਪਿਆਰ ਭਰੇ ਲਫ਼ਜ਼ ਬੋਲਦਾ। She says, it's the voice of my beloved. ਉਹ ਕੀ ਕਹਿੰਦੀ ਹੈ ਕਿ ਇਹ ਤੇ ਮੇਰੇ ਮਹਿਬੂਬ ਦੀ ਆਵਾਜ਼ ਆ। We become lukewarm, ਅਸੀਂ ਨੀਮ ਗਰਮ ਹੋਏ ਨੇ ਆ, but Christ reminds us of who it is. ਪਰ ਪ੍ਰਭੂ ਯੀਸ਼ੂ ਮਸੀਹ ਸਾਨੂੰ ਯਾਦ ਦਿਲਾਉਂਦਾ ਕਿ ਉਹ ਕੌਣ ਹੈਗਾ। It's the voice of our beloved. ਕੀ ਕਹਿੰਦੇ ਆ ਕਿ ਮੈਂ ਤੁਹਾਡਾ ਮਹਿਬੂਬ ਹੈਗਾ, ਮੇਰੀ ਆਵਾਜ਼ ਆ। He loves us. ਪ੍ਰਭੂ ਸਾਨੂੰ ਪਿਆਰ ਕਰਦੇ ਆ। He says to her, ਪ੍ਰਭੂ ਕਹਿੰਦੇ ਆ ਸ਼ੁਲੇਮਾ ਤੀਵੀ ਨੂੰ, open for me, my sister. ਕਹਿੰਦਾ ਕਿ ਮੇਰੀ ਭੈਣ ਦਰਵਾਜ਼ਾ ਖੋਲ। Jesus treats us like brothers and sisters and friends. ਪ੍ਰਭੂ ਯੀਸ਼ੂ ਮਸੀਹ ਸਾਨੂੰ ਭੈਣ ਭਰਾ ਦੋਸਤ ਕਰਕੇ ਜਾਣਦੇ ਆ। He says, Solomon says, open my love. ਮੇਰੀ ਪਿਆਰੀ ਦਰਵਾਜ਼ਾ ਖੋਲ। Again, this is using poetical language. ਇਹ ਸ਼ਾਇਰੀ ਵਿੱਚ ਜਜ਼ਬਾਤੀ ਗੱਲਾਂ ਕਰਦਾ। Christ loved us. ਉਹਨੂੰ ਪ੍ਰਭੂ ਸਾਨੂੰ ਪਿਆਰ ਕਰਦਾ। He left heaven for us. ਸਵਰਗ ਛੱਡ ਕੇ ਆ ਗਿਆ ਪ੍ਰਭੂ ਸਾਡੇ ਲਈ। He died for us. ਪ੍ਰਭੂ ਮਰ ਗਿਆ ਸਾਡੇ ਲਈ। Why? ਕਿਉਂ? Because he loves us. ਕਿਉਂਕਿ ਪ੍ਰਭੂ ਸਾਨੂੰ ਪਿਆਰ ਕਰਦਾ ਹੈ ਨਾ। He says in chapter 5 verse 2, 5ਵੇਂ ਚੈਪਟਰ ਦੂਸਰੇ ਵਿੱਚ ਪ੍ਰਭੂ ਕਹਿੰਦੇ ਆ, open my dove. ਮੇਰੀ ਕਬੂਤਰੀ। Maybe I'm stretching this, I don't know. ਹੋ ਸਕਦਾ ਅਸੀਂ ਇਹ ਗੱਲ ਖਿੱਚ ਕੇ ਕਰਦੇ ਹੋਈਏ, ਪਤਾ ਨਹੀਂ। But yes, maybe talking about we can relate this to the Holy Spirit who indwells us. ਹੋ ਸਕਦਾ ਅਸੀਂ ਇਹ ਗੱਲ ਲਾ ਸਕਦੇ ਹਾਂ ਪਰਮੇਸ਼ਰ ਪਿਤਰ ਆਤਮਾ ਜਿਹੜਾ ਸਾਡੇ ਅੰਦਰ ਵਾਸ ਕਰਦੇ ਆ। Solomon says, perfect one, my dove, my perfect one. ਸੁਲੇਮਾਨ ਕੀ ਕਹਿੰਦਾ ਕਿ ਮੇਰੀ ਪਿਆਰੀ, ਮੇਰੀ ਕਬੂਤਰੀ, ਮੇਰੀ ਪਾਕੀਜ਼ਾ, ਇਹ ਪਰਮੇਸ਼ਰ ਪਿਤਰ ਆਤਮਾ ਦਾ ਜ਼ਿਕਰ ਹੈਗਾ। We were foreigners, we were far away from God. ਅਸੀਂ ਪਰਦੇਸੀ ਮੁਸਾਫਰ ਸੀਗੇ, ਰੱਬ ਤੋਂ ਦੂਰ ਸੀਗੇ ਅਸੀਂ। But God has forgiven us in Christ and we stand perfect, justified in his presence. ਮਸੀਹ ਦੇ ਵਿੱਚ ਪਰਮੇਸ਼ਰ ਨੇ ਸਾਨੂੰ ਮਾਫ ਕੀਤਾ। ਮਸੀਹ ਦੇ ਵਿੱਚ ਅਸੀਂ ਖੜੇ ਹੈਗੇ ਆ ਸਾਫ਼। ਪਰਮੇਸ਼ਰ ਨੇ ਸਾਨੂੰ ਮਾਫ ਕੀਤਾ, ਪ੍ਰਭੂ ਨੇ ਸਾਨੂੰ ਕਬੂਲ ਕੀਤਾ ਪ੍ਰਭੂ ਯਿਸੂ ਮਸੀਹ ਦੇ ਖੂਨ ਦੇ ਸਦਕੇ। What tender, loving words he speaks to lukewarm hearts. ਕਿੰਨੇ ਸੋਹਣੇ ਪਿਆਰ ਭਰੇ ਲਫ਼ਜ਼ ਬੋਲਦੇ ਹੈਗੇ ਆ ਪ੍ਰਭੂ ਯਿਸੂ ਮਸੀਹ ਉਹਨਾਂ ਦਿਲਾਂ ਦੇ ਨਾਲ ਜਿਹੜੇ ਠੰਡੇ ਹੋ ਗਏ। Christ is standing and knocking on the door of our hearts. ਪ੍ਰਭੂ ਸਾਡੇ ਦਿਲ ਦੇ ਦਰਵਾਜ਼ੇ ਤੇ ਖੜੇ ਖਟਖਟਾਉਂਦੇ ਆ। Solomon stood outside ਸੁਲੇਮਾਨ ਬਾਹਰ ਖੜਾ ਸੀਗਾ ਦਰਵਾਜ਼ੇ ਦੇ। until his head is covered with dew. That's a long time. ਉਹਨੇ ਚ ਖੜਾ ਰਿਹਾ, ਉਹਨੇ ਚ ਦਰਵਾਜ਼ਾ ਖਟਖਟਾਉਂਦਾ ਰਿਹਾ ਕਿ ਉਹਦੇ ਵਾਲ ਵੀ ਗਿੱਲੇ ਹੋ ਗਏ ਤੀੜ ਦੇ ਨਾਲ। Christ stands patiently knocking, waiting, day after day after day, longing that we will come out of our cold state. ਪ੍ਰਭੂ ਯਿਸੂ ਮਸੀਹ
ਖੜੇ ਰਹਿੰਦੇ ਆ ਬਾਹਰ ਸਾਡੇ ਦਿਲ ਦੇ ਦਰਵਾਜ਼ੇ ਤੇ, ਖੜੇ ਰਹਿੰਦੇ ਆ ਕਿੰਨੇ ਕਿੰਨੇ ਦਿਨ, ਕਿੰਨੇ ਕਿੰਨੇ ਘੰਟੇ, ਕਿੰਨੇ ਕਿੰਨੇ ਸਾਲ ਇੰਤਜ਼ਾਰ ਕਰਦੇ ਆ। ਉਹਨਾਂ ਦੇ ਵਾਲ ਵੀ ਗਿੱਲੇ ਹੋ ਜਾਂਦੇ ਪ੍ਰਭੂ ਯੀਸ਼ੂ ਮਸੀਹ ਦੇ। ਕੀ ਕਹਿੰਦੇ ਆ ਕਿ ਮੇਰੇ ਬੱਚੇ ਆ ਜਾਓ ਮੇਰੇ ਕੋਲ, ਠੰਡੇ ਸੀਗੇ ਗਰਮ ਹੋ ਜਾਓ। Longing that we'll put aside those sins that shut the door to his beautiful, glorious fellowship and presence. ਇੰਤਜ਼ਾਰ ਕਰਦੇ ਆ ਪ੍ਰਭੂ ਕਿ ਕਦੋਂ ਅਸੀਂ ਦਰਵਾਜ਼ਾ ਖੋਲ੍ਹਾਂਗੇ, ਅਸੀਂ ਮਾਫੀ ਮੰਗਾਂਗੇ, ਅਸੀਂ ਮੁੜ ਕੇ ਫਿਰ ਸੰਗਤੀ ਕਰਾਂਗੇ ਪ੍ਰਭੂ ਦੇ ਨਾਲ। ਪ੍ਰਭੂ ਯੀਸ਼ੂ ਮਸੀਹ ਇੰਤਜ਼ਾਰ ਕਰਦੇ ਆ ਜਿੰਨਾ ਚਿਰ ਮਰਜ਼ੀ ਲੱਗ ਜਾਵੇ। Christ speaks loving, tender words gently that disturb our conscience. ਪ੍ਰਭੂ ਯੀਸ਼ੂ ਮਸੀਹ ਹੌਲੀ ਹੌਲੀ ਪਿਆਰ ਭਰੇ ਲਫ਼ਜ਼ ਬੋਲਦੇ ਸਾਡੇ ਦਿਲ ਦੇ ਨਾਲ, ਤਾਂ ਕਿ ਕੋਈ ਨਾ ਕੋਈ ਲਫ਼ਜ਼ ਸਾਡੇ ਦਿਲ ਨੂੰ ਲੱਗੇ ਕਿ ਅਸੀਂ ਤੌਬਾ ਕਰੀਏ, ਮੁੜ ਕੇ ਆਈਏ। But the Shulamite, she's too comfortable. ਪਰ ਜਿਹੜੀ ਸ਼ੁਲੇਮਾ ਟੀਮੇ ਹੈਗੀ ਆ, ਉਹ ਤੇ ਆਪਣੇ ਆਰਾਮ ਦੇ ਨਾਲ ਬਿਸਤਰੇ ਵਿੱਚ ਪਈ ਆ, She hears him. ਉਹ ਸੁਣਦੀ ਆ। But you know, it's inconvenient for her to get up and open the door. ਸੁਣਦੀ ਆ ਪਰ ਕਹਿੰਦੀ ਕਿ ਮੈਂ ਕਿੱਦਾਂ ਉੱਠ ਕੇ ਦਰਵਾਜ਼ਾ ਖੋਲੂੰਗੀ, ਮੇਰਾ ਦਿਲ ਨਹੀਂ ਕਰਦਾ। In her laziness, she makes excuses. ਉਹ ਆਪਣੇ ਆਲਸੀਪਨ ਦੇ ਵਿੱਚ ਬਹਾਨੇ ਬਣਾਉਣੇ ਸ਼ੁਰੂ ਕਰ ਦਿੰਦੀ ਆ। Verse 3, it says ਤੀਸਰੀ ਆਇਤ। this. I have taken off my robe. How can I put it on again? I have washed my feet. How can I defile them? मैं तो कपड़े उतार चुकी, उनको फिर कैसे पहनूं? मैं तो अपने पांव धो चुकी हूं, अब उनको क्यों मैला करूं? She says, look, I'm dressed for bed. How can I get up? कदी मैं तो सौन वाले कपड़े पाए आ, मैं कितना उठा हूं तेरे लिए मैं। Really, what she's saying is, I'm comfortable in this warm bed. I'm too idle to get up. And she actually resents getting up. ਕੀ ਕਹਿੰਦੀ ਆ, ਰਿਆਇ 'ਚ ਮੈਨੂੰ ਨਿੱਘ ਆਉਂਦਾ ਹੈਗਾ, ਮੈਂ ਤੇ ਆਰਾਮ ਨਾਲ ਪਈ ਹੈਗੀ, ਨਿੱਘੀ ਜਗ੍ਹਾ ਪਈ ਹੈਗੀ ਆ, ਬਿਸਤਰਾ ਵੀ ਆਰਾਮ ਦਾ ਹੈਗਾ, ਮੈਂ ਕਿੱਦਾਂ ਉੱਠਾਂ ਤੇਰੇ ਲਈ ਦਰਵਾਜ਼ਾ ਖੋਲ੍ਹਣ ਦੇ ਲਈ, ਮੈਂ ਕਿਉਂ ਆਪਣੇ ਆਪ ਨੂੰ ਬੇਆਰਾਮ ਕਰਾਂ। When we are lukewarm, ਜਦੋਂ ਅਸੀਂ ਨੀਮ ਗਰਮ ਹੁੰਨੇ ਆ, our sins hold us down and we become comfortable in them. ਸਾਡੇ ਪਾਪ ਸਾਨੂੰ ਦਬਾ ਕੇ ਰੱਖਦੇ ਆ, ਸਾਨੂੰ ਸੋਹਣੇ ਲੱਗਣ ਲੱਗ ਪੈਂਦੇ, ਸਾਨੂੰ ਨਿੱਘੇ ਲੱਗਣ ਲੱਗ ਪੈਂਦੇ ਆ। We make excuses. Christ is there. His voice is there. ਅਸੀਂ ਬਹਾਨੇ ਬਣਾਉਣ ਲੱਗ ਪੈਂਦੇ ਆ, ਸਾਨੂੰ ਆਵਾਜ਼ ਸੁਣਦੀ ਹੈ ਪ੍ਰਭੂ ਯੀਸ਼ੂ ਮਸੀਹ ਦੀ, voice of ਸਾਨੂੰ our ਪਤਾ ਪ੍ਰਭੂ ਬਾਹਰ ਹੈਗੇ ਆ, The voice of our beloved knocking on the door, urging us. ਸਾਨੂੰ ਸੁਣਦੀ ਆ ਸਾਡੇ ਪਿਆਰੇ ਦੀ ਆਵਾਜ਼ ਕਿ ਦਰਵਾਜ਼ੇ ਤੇ ਖਟਖਟਾਉਂਦਾ, ਉਹ ਕਹਿੰਦਾ ਮੇਰੀ ਦਰਵਾਜ਼ਾ ਖੋਲੋ, ਅਸੀਂ ਆਲਸੀ ਹੋਏ ਨੇ ਆ। To let him in and dine. ਉਹ ਕਹਿੰਦਾ ਕਿ ਮੈਨੂੰ ਅੰਦਰ ਆਉਣ ਦਿਓ, ਮੈਂ ਆ ਕੇ ਤੁਹਾਡੇ ਨਾਲ ਰੋਟੀ ਖਾਵਾਂ। To get us out of the rut, to get back to prayer, to get back to close, ਪ੍ਰਭੂ- intimate fellowship with ਪ੍ਰਭੂ him. ਕਹਿੰਦਾ ਉੱਠੋ, ਮੁੜ ਕੇ ਪ੍ਰਾਰਥਨਾ ਕਰੋ, ਮੁੜ ਕੇ ਵਚਨ ਪੜੋ, ਮੁੜ ਕੇ ਸੰਗਤੀ ਕਰੋ। ਅਸੀਂ ਕੀ ਕਹਿੰਦੇ ਆ, ਅਸੀਂ ਥੱਕੇ ਪਏ ਆ, We resist, we refuse. ਅਸੀਂ ਵਿਰੋਧ ਕਰਦੇ ਆ, ਅਸੀਂ ਨਾ ਕਰਦੇ ਆ, ਅਸੀਂ ਅੜਦੇ ਆ, ਜਦ ਕਰਦੇ ਆ। We refuse to give him the place, the rightful place on the throne of our hearts and open the door. ਸਾਡੇ ਦਿਲ ਤੇ ਜਿਹੜੀ ਵਾਜਿਬ ਜਗ੍ਹਾ ਹੈਗੀ ਪ੍ਰਭੂ ਦੀ ਤਖਤ ਉੱਤੇ, ਸਾਡੇ ਦਿਲ ਦੇ ਤਖਤ ਤੇ, ਉੱਥੇ ਅਸੀਂ ਕਹਿੰਦੇ ਪ੍ਰਭੂ ਨਹੀਂ, ਮੈਂ ਦਰਵਾਜ਼ੇ ਨਹੀਂ ਉੱਠ ਕੇ ਖੋਲ ਸਕਦਾ ਹੈਗਾ, ਮੈਂ ਤਾਂ ਸੁੱਤੀ ਪਈ ਆ, ਮੈਂ ਤੇ ਨਿੱਘ ਵਿੱਚ ਪਈ ਆ। And like the Shulamite, ਸ਼ੁਲੇਮਾਈਟ ਵਾਂਗਰ we're too tired. ਅਸੀਂ ਬਹੁਤ ਥੱਕੇ ਹੁੰਦੇ We ਹਾਂ, only think of ourselves, ਆਪਣੇ ਆਪ ਬਾਰੇ ਸੋਚਦੇ ਹਾਂ ਬਸ। our laziness, our slothfulness in spiritual things. ਸਾਡਾ ਆਲਸੀਪਣਾ ਰੂਹਾਨੀ ਚੀਜ਼ਾਂ ਵਿੱਚ ਅਸੀਂ ਕਿੰਨੇ ਪਿੱਛੇ ਰਹਿ ਗਏ ਹੈਗੇ ਆ। Can you not see? But we're missing out on Christ's beautiful, warm fellowship and love. ਤੁਸੀਂ ਦੇਖ ਨਹੀਂ ਸਕਦੇ ਐਦਾਂ ਕਰਨ ਦੇ ਨਾਲ ਕੀ ਹੁੰਦਾ, ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਜਿਹੜੀ ਮਿੱਠੀ ਪਿਆਰੀ ਸੰਗਤੀ ਹੈਗੀ ਆ, ਉਹ ਸੰਗਤੀ ਤੋਂ ਅਸੀਂ ਮਹਿਰੂਮ ਹੋਏ ਨੇ ਆ। What does Solomon do? ਕੀ ਕਰਦਾ ਸੁਲੇਮਾਨ? Verse 4 tells us ਚੌਥੇ ਆਇਤ 'ਚ ਲਿਖਿਆ, that he tries to put his hand through the hole in the door and open it. ਉਹਨੇ ਕੀ ਕੀਤਾ, ਉਹਨੇ ਮੇਰੇ ਮਹਿਬੂਬ ਨੇ ਆਪਣਾ ਹਾਥ ਸੁਰਾਖ ਸੇ ਅੰਦਰ ਕੀਆ। Then the Shulamite sees his hand ਸ਼ੁਲੇਮਾਈਟ ਦੇਖਦੀ ਹੈ ਕਿ ਮੇਰੇ ਮਹਿਬੂਬ ਦਾ ਹੱਥ ਖਿੜਕੀ ਥਾਣੇ ਅੰਦਰ ਆ ਗਿਆ। and she realizes how silly she has been and idle. ਉਹ ਮਹਿਸੂਸ ਕਰਦੀ ਆ ਕਿ ਮੈਂ ਕਿੰਨੀ ਆਲਸੀ, ਕਿੰਨੀ ਮੈਂ ਬੇਵਕੂਫ ਔਰਤ ਹੈਗੀ ਆ। And in verse 4 it says that my heart yearned for him. ਚੌਥੀ ਆਇਤ ਕੀ ਕਹਿੰਦੀ ਹੈ, ਔਰ ਮੇਰਾ ਦਿਲ और जिगर उसके लिए जुम्बिश खाता है। And now her laziness is gone. She wakes up. ਹੁਣ ਤਾਂ ਆਲਸੀਪਨ ਚੱਲ ਗਿਆ, ਹੁਣ ਉੱਠਦੀ ਹੈਗੀ ਆ। And in verse 5 ਪੰਜਵੀਂ ਆਇਤ, it says, I arose to open for my beloved, and my hands dripped with myrrh, my fingers with liquid myrrh, and on the handles of the lock. मैं अपने महबूब के लिए दरवाज़ा खोलने को उठी और मेरे हाथों से मुर
टपका और मेरी उंगलियों से लकीर मुर टपका और कुल के दस्तों पर लगा। So this is rich poetical language. ਇਹ ਬਹੁਤ ਡੂੰਗੀ ਗੱਲ ਹੈਗੀ ਆ ਜਜ਼ਬਾਤੀ। She runs to open the door expecting to see Solomon. ਉਹ ਦੌੜ ਕੇ ਜਾਂਦੀ ਆ ਦਰਵਾਜ਼ਾ ਖੋਲਦੀ ਆ ਕੁੰਡੀ ਖੋਲਦੀ ਆ ਕਿ ਮੇਰਾ ਪਿਆਰਾ ਸੁਲੇਮਾਨ ਬਾਹਰ ਖੜਾ But what ਹੈਗਾ। happens? ਕੀ ਹੋਇਆ? It's too late, he's gone. ਵਕਤ ਬੀਤ ਗਿਆ, ਸੁਲੇਮਾਨ ਚਲੇ ਗਿਆ। His voice and knocking on the door awakens her. ਉਹਦੀ ਆਵਾਜ਼ ਸੁਣ ਕੇ ਉਹਦਾ ਖਟਖਟਾਉਣਾ ਸੁਣ ਕੇ ਉਹ ਉੱਠ ਤਾਂ ਗਈ ਆ। But now she has gone. ਪਰ He has gone. ਹੁਣ ਉਹ ਚਲੇ ਗਿਆ। Verse 6, the first part, I opened for my beloved, but my beloved had turned away and was gone. 6वीं आयत से शुरू किया था, मैंने अपने महबूब के लिए दरवाज़ा खोला लेकिन मेरा महबूब मुड़कर चला गया है था। She realizes it's her own fault. उन्हें महसूस किया कि मेरी बड़ी गलती है। And she goes out and she searches. वो जाके हुन खोज कर दिया ओदी। But there's no sign of him. ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਰਿਹਾ ਹੁਣ। She calls out, but there's no reply. ਆਵਾਜ਼ ਮਾਰਦੀ ਆ ਬੁਲਾਉਂਦੀ ਆ ਪਰ ਕੋਈ ਆਵਾਜ਼ ਨਹੀਂ ਆਉਂਦੀ। And in verse 6, 6वीं आयत she says this, my heart leaped up when he spoke. I sought him, but I could not find him. So she's looking. Her heart was warmed, but it's too late. It's gone. जब वो बोला तो मैं बेहवास हो गई। मैंने उसका ढूंढने पर पा गई, पर उसने पुकारा पर उसने मुझे कुछ जवाब ना दिया। She goes to the city to search for him. ਹੁਣ ਉਹ ਸ਼ਹਿਰ ਵਿੱਚ ਜਾਂਦੀ ਆ ਲੱਭਣ ਨੂੰ। Eastern women never went out at night. ਰਾਤ ਨੂੰ ਉਹਨਾਂ ਸਮੇਂ ਦੀਆਂ ਤੀਵੀਆਂ ਹੈਗੀਆਂ ਉਹ ਕਦੇ ਵੀ ਰਾਤ ਨੂੰ ਕੱਲੀਆਂ ਬਾਹਰ ਨਹੀਂ ਜਾਂਦੀਆਂ ਸੀਗੀਆਂ। The watchman who guard the city, ਜਿਹੜਾ ਚੌਕੀਦਾਰ ਆ ਜਿਹੜਾ ਸ਼ਹਿਰ ਦੀ ਰਖਵਾਲੀ ਕਰਦਾ, they see her. ਉਹਨੂੰ ਦੇਖਦੇ ਆ। They attack her thinking it's a thief. ਉਹ ਤੇ ਹਮਲਾ ਕਰਦੇ ਸੋਚਦੇ ਕਰੇ ਚੋਰ ਆ ਕੋਈ। They don't realize it's a woman. ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਤੀਵੀਂ ਹੈਗੀ ਆ। And in verse 7 it tells us they tear a veil and discover it's a woman. 7 ਵਿੱਚ ਲਿਖਿਆ ਕਿ ਉਹਨਾਂ ਨੇ ਜਦੋਂ ਉਹਦਾ ਪਰਦਾ ਉਹਨਾਂ ਨੇ ਫਾੜਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਤੇ ਔਰਤ ਹੈਗੀ ਆ। The Shulamite searches all night and in the morning. ਸਾਰੀ ਰਾਤ ਸਾਰਾ ਦਿਨ ਉਹ ਸ਼ੁਲੇਮਾਨ ਤੀਵੀਂ ਲੱਭਦੀ ਆ And she ਖੋਜਦੀ ਆ। asks the daughters of Jerusalem to find him. ਕੀ ਕਹਿੰਦੀ ਆ, ਇਹ ਯਰੂਸ਼ਲਮ ਦੀ ਬੇਟੀਓ ਮੇਰੀ ਮਦਦ ਕਰੋ ਲੱਭਣ ਦੇ ਵਿੱਚ। Why? Because she is lovesick. ਕਿਉਂਕਿ ਉਹ ਪਿਆਰ ਦੀ ਬਿਮਾਰ ਹੈਗੀ ਆ। She cannot live without her Solomon, her husband. ਉਹ ਨਹੀਂ ਜੀ ਸਕਦੀ ਹੈਗੀ ਆਪਣੇ ਸੁਲੇਮਾਨ ਬਗੈਰੋਂ ਆਪਣੇ ਪਤੀ ਬਗੈਰੋਂ। And the ladies ask him, what is so special about him? ਤੀਵੀਂ ਪੁੱਛਦੀਆਂ ਉਹ ਜੈਸੀ ਕਿਹੜੀ ਗੱਲ ਹੈਗੀ ਜਿਹਦੇ ਕਰਕੇ ਤੂੰ ਜੀ ਨਹੀਂ ਸਕਦੀ ਹੈਗੀ। And she replies in verse 10 through to 16. 10 ਤੋਂ 16 ਤੇ ਫਿਰ ਜਵਾਬ ਦਿੰਦੀ ਆ। And she describes his face, his hair, and how handsome and strong he is. ਉਹਦਾ ਮੂੰਹ, ਉਹਦਾ ਚਿਹਰਾ, ਉਹਦੇ ਵਾਲ ਕਿੰਨੇ ਸੋਹਣੇ ਆ, ਉਹਦਾ ਜਿਸਮ ਕਿੰਨਾ ਸੋਹਣਾ ਹੈਗਾ, ਉਹ ਕਿੰਨਾ ਡਾਢਾ ਹੈਗਾ, ਕਿੰਨਾ ਸੋਹਣਾ ਸੁਨੱਖਾ ਹੈਗਾ। Now, let's elevate this to Christ. ਹੁਣ ਆਹੀ ਗੱਲ ਨੂੰ ਲੈ ਕੇ ਪ੍ਰਭੂ ਯਿਸੂ ਮਸੀਹ ਦੇ ਉੱਤੇ ਲਗਾਓ। He knocks. ਪ੍ਰਭੂ ਨੇ ਦਰਵਾਜ਼ਾ ਖਟਖਟਾਇਆ। It's the voice of our beloved. ਸਾਡੇ ਪਿਆਰੇ ਦੀ ਆਵਾਜ਼ ਆ। But we are stuck in our sin. ਅਸੀਂ ਆਪਣੇ ਪਾਪ ਵਿੱਚ ਉਲਝੇ ਹੋਏ ਆ। We're in a backslidden state, half awake, half asleep. ਅਸੀਂ ਠੰਡੇ ਪੈ ਗਏ ਹੈਗੇ ਆ, ਗੁੰਮਰਾਹ ਹੋ ਗਏ ਆ, ਅੱਧੇ ਸੁੱਤੇ ਆ, ਅੱਧੇ ਜਾਗਦੇ ਆ। But finally we come to our senses. ਜਦੋਂ ਸਾਨੂੰ ਅਕਲ ਆਉਂਦੀ ਨਾ, We realize our sin. We realize how foolish we've been. ਅਸੀਂ ਮਹਿਸੂਸ ਕਰਦੇ ਕਿ ਅਸੀਂ ਕਿੰਨੇ ਬੇਵਕੂਫ ਰਹੇ ਆ, ਕਿੰਨੀ ਵੱਡੀ ਬੇਵਕੂਫੀ ਅਸੀਂ ਕੀਤੀ ਹੈਗੀ We ਆ। open the door. ਅਸੀਂ ਦਰਵਾਜ਼ਾ ਖੋਲ੍ਹਿਆ ਦਿਲ ਦਾ। In other words, we repent. ਅਸੀਂ ਤੌਬਾ ਕੀਤੀ। And we allow Christ to take the throne of our hearts. ਅਸੀਂ ਸੋਚਿਆ ਹੁਣ ਪ੍ਰਭੂ ਆ ਕੇ ਮੇਰੇ ਦਿਲ ਦੇ ਤਖਤ ਤੇ ਬਹਿ ਜਾ। But what happened? ਕੀ ਹੋਇਆ? We realize that he's gone. ਚਲੇ ਗਿਆ। And we look and we can't find him. ਹੁਣ ਅਸੀਂ ਲੱਭਦੇ ਫਾਇਦੇ ਪਰ ਕਿਤੇ ਸਾਨੂੰ ਲੱਭਦਾ ਨਹੀਂ ਹੈਗਾ ਪ੍ਰਭੂ ਯਿਸੂ ਮਸੀਹ। In other words, even though we come back, ਬੇਸ਼ੱਕ ਅਸੀਂ ਮੁੜ ਕੇ ਆ ਜਾਂਦੇ ਆ, we don't immediately sense his presence and his ਅਸੀਂ- love and warmth. ਉਸੇ ਵੇਲੇ ਅਸੀਂ ਉਹਦੀ ਪਿਆਰ ਨੂੰ, ਉਹਦੀ ਹਜ਼ੂਰੀ ਨੂੰ, ਉਹਦੀ ਪਾਕੀਜ਼ਗੀ ਨੂੰ ਅਸੀਂ ਮਹਿਸੂਸ ਨਹੀਂ ਕਰਦੇ ਹੈਗੇ। Those feelings have gone. ਉਹ ਜਿਹੜੇ ਜਜ਼ਬਾਤ ਸੀਗੇ ਚਲੇ ਗਏ। And like the Shulamite,
ਛੋਲੇ ਮਾਰ ਤੀਮੀ ਵਾਂਗਰ We are lovesick. ਅਸੀਂ ਵੀ ਪਿਆਰ ਦੇ دیਵਾਨੇ ਹੋ ਗਏ And we search and we search. ਅਸੀਂ ਖੋਜਦੇ ਹਾਂ, ਲੱਭਦੇ ਹਾਂ, ਟੋਲਦੇ ਹਾਂ, And we ਭਾਲਦੇ ਹਾਂ, come again and again and pray, oh God, walk with me. ਬਾਰ-ਬਾਰ ਆਉਂਦੇ ਹਾਂ, ਪ੍ਰਾਰਥਨਾ ਕਰਦੇ, ਪ੍ਰਭੂ ਮੇਰੇ ਨਾਲ ਚੱਲ, ਮੇਰੇ ਨਾਲ ਤੁਰ। Lord, I want to sense your love and feel the warmth of it again. ਪ੍ਰਭੂ ਮੁੜ ਕੇ ਮੈਂ ਤੇਰੇ ਪਿਆਰ ਨੂੰ ਮਹਿਸੂਸ ਕਰਨਾ ਚਾਹੁੰਦਾ, ਮੈਂ ਮਹਿਸੂਸ ਕਰਨਾ ਚਾਹੁੰਦਾ ਕਿ ਤੂੰ ਮੇਰੇ ਨਾਲ ਨਾਲ ਚੱਲਦਾ। ਪ੍ਰਭੂ ਮੈਂ ਮਹਿਸੂਸ ਕਰਨਾ ਚਾਹੁੰਦਾ ਕਿ ਤੂੰ ਮੈਨੂੰ ਪਿਆਰ ਕਰਦਾ। Like the Shulamite, we get wounded in our sins. ਛੋਲੇ ਮਾਰ ਤੀਵੀਂ ਵਾਂਗਰ ਅਸੀਂ ਵੀ ਜ਼ਖਮੀ ਹੋਏ ਨੇ ਹੈਗੇ ਪਾਪ ਕਰਕੇ, ਸਾਡੇ ਦਿਲ ਉੱਤੇ ਪਾਪ ਦੇ ਜ਼ਖਮ ਹੋ ਜਾਂਦੇ ਆ, They leave us scarred. ਨਿਸ਼ਾਨ ਛੱਡ ਜਾਂਦੇ ਆ ਜ਼ਖਮ ਉਹ। But we are lovesick ਪਰ ਅਸੀਂ ਤਾਂ ਪਿਆਰ ਦੇ دیਵਾਨੇ ਆ ਨਾ, because of our own stupidity. ਆਪਣੀ ਬੇਵਕੂਫੀ ਦੇ ਕਰਕੇ ਅਸੀਂ ਪਿਆਰ ਦੇ دیਵਾਨੇ ਹੋਏ ਨੇ ਆ। Because we sleep, but our heart is awake. ਅਸੀਂ ਸੁੱਤੇ ਹੁੰਨੇ ਪਰ ਸਾਡੇ ਦਿਲ ਜਾਗਦੇ ਆ। We've heard the voice of our beloved, ਆਪਣੇ ਪਿਆਰੇ ਦੀ ਆਵਾਜ਼ ਸੁਣੀ ਆ ਪ੍ਰਭੂ ਦੀ, and we did not respond. ਸੁਣ ਕੇ ਅਸੀਂ ਕੁਛ ਨਹੀਂ ਕੀਤਾ। People see us ਲੋਕੀ ਸਾਨੂੰ ਦੇਖਦੇ ਆ like the daughters of Jerusalem ਯਰੂਸ਼ਲਮ ਦੀ ਧੀਆਂ ਵਾਂਗਰ। and say, why are you lovesick? Why are you so down? ਤੁਸੀਂ ਕਿਉਂ ਪਿਆਰ ਦੇ دیਵਾਨੇ ਹੈਗੇ, ਤੁਸੀਂ ਕਿਉਂ دیਵਾਨਿਆਂ ਵਾਂਗਰ ਤੁਰੀ ਫਿਰਦੇ ਆ? And we say, I am lovesick because I cannot live without the love of my Christ in my heart. ਮੈਂ ਇਸ ਕਰਕੇ دیਵਾਨਾ ਹੈਗਾ ਕਿਉਂਕਿ ਮੈਂ ਪ੍ਰਭੂ ਯੀਸ਼ੂ ਮਸੀਹ ਦੇ ਪਿਆਰ ਤੋਂ ਬਗੈਰ ਜੀ ਨਹੀਂ ਸਕਦਾ। We speak to them. ਅਸੀਂ ਬੋਲਦੇ ਉਹਨਾਂ ਨਾਲ, We tell them of how wonderful He is, ਅਸੀਂ ਦੱਸਦੇ ਉਹਨਾਂ ਨੂੰ ਕਿ ਮੇਰਾ ਪਿਆਰਾ ਪ੍ਰਭੂ ਕਿੰਨਾ ਸੋਹਣਾ ਆ, how powerful, how merciful, how beautiful, how glorious. ਕਿੰਨਾ ਜਜ਼ਬਾਤੀ ਹੈਗਾ, ਕਿੰਨਾ ਸੋਹਣਾ ਹੈਗਾ, ਕਿੰਨਾ ਮਹਿਮਾ ਵਾਲਾ ਹੈਗਾ, ਕਿੰਨਾ ਸੁੰਦਰ ਹੈਗਾ, ਕਿੰਨਾ ਮਹਾਨ ਹੈਗਾ। ਅਸੀਂ ਪ੍ਰਭੂ ਯੀਸ਼ੂ ਮਸੀਹ ਦਾ ਬਿਆਨ ਕਰਦੇ ਉਹਨਾਂ ਲੋਕਾਂ ਨੂੰ, How compassionate, how forgiving, ਕਿੰਨਾ ਤਰਸ ਕਰਦਾ, ਕਿੰਨਾ ਮਾਫ ਕਰਦਾ। how He is King and full of grace, ਉਹ ਰਾਜਾ ਹੈਗਾ, ਉਹ ਮਹਿਮਾ ਦਾ ਭਰਿਆ ਹੈਗਾ, ਉਹ ਮਾਫੀ ਦਾ ਭਰਿਆ ਹੈਗਾ। that He is my Solomon, my beloved. ਉਹ ਮੇਰਾ ਸੁਲੇਮਾਨ ਆ, ਉਹ ਮੇਰਾ ਪਿਆਰਾ ਆ। And if I do not experience that love, I cannot live without it. ਜੇ ਮੈਂ ਉਸ ਪਿਆਰ ਦਾ ਮੁੜ ਕੇ ਤਜਰਬਾ ਨਹੀਂ ਕਰਦਾ ਹੈਗਾ, ਨਹੀਂ ਕਰਦੀ ਹੈਗੀ, ਉਹ ਤੋਂ ਬਗੈਰ ਮੈਂ ਜੀ ਨਹੀਂ ਸਕਦਾ। If we are backslidden, lukewarm Christians, ਅਸੀਂ ਜੇ ਠੰਡੇ ਪਏ ਵਿਸ਼ਵਾਸੀ ਹੈਗੇ ਆ, ਉਹ ਪਿਆਰ ਦਾ ਤਜਰਬਾ ਅਸੀਂ ਨਹੀਂ ਕਰ ਸਕਦੇ ਹੈਗੇ। I'm telling you, it's not worth being a Christian at all. ਕੋਈ ਫਾਇਦਾ ਨਹੀਂ ਹੈਗਾ, ਕੋਈ ਫਾਇਦਾ ਨਹੀਂ ਹੈਗਾ ਕ੍ਰਿਸਚੀਅਨ ਬਣਨ ਦਾ। Either, look, if you're in Christ, either be all out for Him or don't call yourself a Christian at all. Either it's all or nothing. ਜੇ ਤੁਸੀਂ ਕਹਿੰਦੇ ਨਾ ਕਿ ਮਸੀਹੀ ਹੈਗੇ ਆ, ਜਾਂ ਤਾਂ ਪੂਰੇ ਦੇ ਪੂਰੇ ਮਸੀਹੀ ਹੋਵੋ ਜਾਂ ਬਿਲਕੁਲ ਨਾ ਹੋਵੋ, ਇਸ ਪਾਰ ਜਾਂ ਉਸ ਪਾਰ, ਅੱਧ ਵਿਚਕਾਰ ਨਾ ਲਮਕੋ। Because we bring shame on the name of Christ. ਏਦਾਂ ਕਰਦੇ ਆ ਤਾਂ ਕੀ ਹੁੰਦਾ, ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਨਾਂ ਨੂੰ ਸ਼ਰਮਿੰਦਗੀ ਲੈ ਕੇ ਆਉਂਦੇ ਆ। Come back, that's what God wants. ਪ੍ਰਭੂ ਕੀ ਕਹਿੰਦੇ ਆ, ਵਾਪਸ ਆ ਜਾਓ। Search and search like the Shulamite. ਇਹ ਸ਼ੋਲੇਮਾ ਤੀਮੇ ਵਾਂਗਰ ਖੋਜੋ, ਤੁਸੀਂ ਲੱਭੋ, Until you know, until you feel the love of God in your heart. ਜੇ ਤੁਸੀਂ ਮੁੜ ਕੇ ਆਪਣੇ ਦਿਲ ਦੇ ਵਿੱਚ ਪ੍ਰਭੂ ਦੇ ਪਿਆਰ ਨੂੰ ਮਹਿਸੂਸ ਨਹੀਂ Or ਕਰਦੇ, you'll be lovesick. ਨਹੀਂ ਤਾਂ ਤੁਸੀਂ ਪਿਆਰ ਦੇ دیਵਾਨੇ ਹੋਏ ਨਾ। Come back. ਆ ਜਾਓ ਵਾਪਸ, Walk with Him. ਚੱਲੋ ਪ੍ਰਭੂ ਦੇ ਨਾਲ ਨਾਲ। Bible says, ask and seek and you will find. ਪ੍ਰਭੂ ਦਾ ਵਚਨ ਕਹਿੰਦਾ, ਆਓ ਆ ਕੇ ਲੱਭੋ, ਖੋਜੋ, ਤੁਹਾਨੂੰ ਮਿਲੂਗਾ। Do that and search like the Shulamite. ਇਹ ਕਰੋ ਸ਼ੋਲੇਮਾ ਟੀਵੀ ਵਾਂਗ, ਤੁਸੀਂ ਵੀ ਆ ਕੇ ਖੋਜੋ, ਲੱਭੋ, And- ਤੁਹਾਨੂੰ ਵੀ ਮਿਲੂਗਾ। And what happened to her? ਕੀ ਹੋਇਆ ਉਹਨੂੰ? Eventually she finds him. ਉਹਨੂੰ ਲੱਭ ਪੈਂਦਾ। In chapter 6, verse 2 and 3, 6ਵਾਂ ਚੈਪਟਰ ਦੂਸਰੀ ਤੀਸਰੀ ਆਇਤ, in the Garden of Spices. ਜਿਹੜੇ ਬਾਗ ਹੈਗਾ ਜਿੱਥੇ ਕਿ ਸਪਾਈਸ ਹੈਗੇ, ਜਿੱਥੇ ਕਿ And she ਬੂਟੀਆਂ ਹੈਗੀਆਂ। says, I am my beloved's and my beloved is mine. ਮਹਿਬੂਬ ਮੇਰਾ ਹੈਗਾ, ਹੁਣ ਮੈਂ ਮਹਿਬੂਬ ਦੀ ਹੋ ਗਈ ਹਾਂ। You will find the presence of Christ. ਤੁਸੀਂ ਵੀ ਪ੍ਰਭੂ ਯੀਸ਼ੂ ਮਸੀਹ ਦੀ ਹਜ਼ੂਰੀ ਨੂੰ ਲੱਭੋਗੇ, His love will be restored to your heart. ਤੁਹਾਡਾ ਪਿਆਰ ਵੀ ਮੁੜ ਕੇ ਪ੍ਰਭੂ ਦੇ ਨਾਲ ਬਰਕਰਾਰ ਹੋਊਗਾ। And you will know inexpressible delight. ਫਿਰ ਅਸੀਂ ਉਹ ਖੁਸ਼ੀ ਮਹਿਸੂਸ ਕਰਾਂਗੇ ਜਿਹੜੀ ਕਿ ਬਿਆਨ ਤੋਂ ਬਾਹਰ, ਹੱਦੋਂ ਬਾਹਰ ਹੈਗੀ ਆ। And close fellowship and peace and calmness in ਉਹ Him. ਸੰਗਤੀ, ਉਹ ਪਾਕੀਜ਼ਗੀ, ਉਹ ਨੇੜੇਪਣ ਜਿਹੜਾ ਹੈਗਾ, ਉਹ ਜਿਹੜਾ ਪ੍ਰਭੂ ਦੇ ਨਾਲ ਨਾਲ ਚੱਲਣਾ, ਉਹਦੇ ਸੀ ਕਿ ਨਵੇਂ ਤਰੀਕੇ ਦੇ ਨਾਲ ਆਨੰਦ ਮਾਣਾਂਗੇ, Because your beloved is with you. ਕਿਉਂਕਿ ਤੁਹਾਡਾ ਪਿਆਰਾ ਤੁਹਾਡੇ ਕੋਲ ਵਾਪਸ ਆ ਗਿਆ। Those feelings will not stay away for long.
ਜ਼ਿਆਦਾ ਚਿਰ ਨਾ ਦੂਰ ਰਵੋ after we have repented, ਤੌਬਾ ਕਰਨ ਤੋਂ ਬਾਅਦ, so that we can say, my beloved is, I am my beloved's and my beloved is mine. ਅਸੀਂ ਵੀ ਕਹਿ ਸਕੀਏ ਕਿ ਪਿਆਰਾ ਮੇਰਾ ਹੈਗਾ ਔਰ ਮੈਂ ਆਪਣੇ ਪਿਆਰੇ ਦੀ ਹਾਂ। So don't be ashamed ਸ਼ਰਮਿੰਦੇ ਨਾ ਹੋਵੋ to say to your wife or to your husband, ਆਪਣੀ ਪਤਨੀ ਨੂੰ, ਆਪਣੇ ਪਤੀ ਨੂੰ ਇਹ ਕਹਿਣ ਤੋਂ ਸ਼ਰਮਾਓ ਨਾ my beloved is mine. ਕਿ ਮੇਰਾ ਪਿਆਰਾ, ਕਿ ਮੇਰੀ ਪਿਆਰੀ ਮੇਰੀ ਆਪਣੀ ਹੈਗੀ ਆ। And more importantly, ਜ਼ਿਆਦਾ ਵੱਧ ਕੇ don't ever become lukewarm. ਕਦੇ ਵੀ ਨੀਮ ਗਰਮ ਵਿਸ਼ਵਾਸੀ ਨਾ ਬਣੋ। So you can always say ਹਮੇਸ਼ਾ ਕਹਿਣ ਵਾਲੇ ਬਣੋ of Christ, ਪ੍ਰਭੂ ਯਿਸੂ ਮਸੀਹ ਦੇ ਬਾਰੇ, He is my beloved ਉਹ ਮੇਰਾ ਪਿਆਰਾ ਹੈਗਾ, and my beloved is mine. ਮੈਂ ਪਿਆਰੇ ਦੀ ਹੈਗੀ ਆ ਪ੍ਰਭੂ ਯਿਸੂ ਮਸੀਹ ਦੀ, ਔਰ ਮੇਰਾ ਪਿਆਰਾ ਪ੍ਰਭੂ ਯਿਸੂ ਮਸੀਹ ਮੇਰਾ ਹੈਗਾ। Amen. ਆਮੀਨ। Let's have our final song, after which we will close in prayer. ਅਸੀਂ ਆਪਣਾ ਅਖੀਰਲਾ ਗੀਤ ਗਾਵਾਂਗੇ ਜਿਹੜਾ ਪਰਦੇ ਤੇ ਆਊਗਾ, ਉਸ ਤੋਂ ਬਾਅਦ ਫਿਰ ਪ੍ਰਾਰਥਨਾ ਕਰਕੇ ਮੀਟਿੰਗ ਬੰਦ ਕਰਾਂਗੇ। Let's pray. ਆਓ ਪ੍ਰਾਰਥਨਾ ਕਰੀਏ। Eternal Father, we thank you that truly your word is so rich, and we know every book in the Bible is inspired by you. ਸਵਰਗੀ ਪਿਤਾ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਹਾਡਾ ਵਚਨ ਬਹੁਤ ਡੂੰਘਾ ਹੈਗਾ, ਬਹੁਤ ਕੀਮਤੀ ਹੈਗਾ, ਔਰ ਤੁਹਾਡਾ ਵਚਨ ਜਿਹੜਾ ਹੈਗਾ ਬਾਈਬਲ ਹੈਗੀ ਆ, ਉਹ ਪੂਰੀ ਤਰ੍ਹਾਂ ਭਰੀ ਹੈਗੀ, ਪ੍ਰਭਾਵਿਤ ਹੈਗੀ ਤੁਹਾਡੇ ਵਚਨਾਂ ਦੇ ਨਾਲ। Thank you for what we learn in the Song of Solomon. ਸੁਲੇਮਾਨ ਦੇ ਸ੍ਰੇਸ਼ਟ ਗੀਤਾਂ ਵਿੱਚ ਅਸੀਂ ਜੋ ਸਿੱਖਦੇ ਹੈਗੇ ਆ, ਉਹਦੇ ਲਈ ਪ੍ਰਭੂ ਤੁਹਾਡਾ ਧੰਨਵਾਦ We ਕਰਦੇ thank ਹਾਂ। you for this blessed relationship that you've given to us of marriage. ਇਹ ਜਿਹੜਾ ਸੋਹਣਾ ਮੁਬਾਰਕ ਰਿਸ਼ਤਾ ਹੈਗਾ ਵਿਆਹ ਸ਼ਾਦੀ ਦਾ, ਇਹਦੇ ਲਈ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਜੋ ਸਾਨੂੰ ਦਿੱਤਾ। Help us to revel in it, to glory in it, to enjoy, Lord, our spouses, to have a close relationship with them. ਸਾਡੀ ਮਦਦ ਕਰੋ ਕਿ ਅਸੀਂ ਇਸ ਰਿਸ਼ਤੇ ਦਾ ਆਨੰਦ ਮਾਣੀਏ, ਇਹ 'ਚ ਅਸੀਂ ਪ੍ਰਭਾਵਿਤ ਹੋਈਏ, ਅਸੀਂ ਆਪਣੇ ਪਤੀਆਂ ਨੂੰ ਪਤਨੀਆਂ ਨੂੰ ਹੱਦੋਂ ਜ਼ਿਆਦਾ ਪਿਆਰ ਕਰੀਏ। But even more so, ਉਸ ਤੋਂ ਵੱਧ ਕੇ to know that we are truly loved people. ਜਾਣਨਾ ਕਿ ਅਸੀਂ ਵੀ ਉਹ ਲੋਕ ਹੈਗੇ ਜਿਨ੍ਹਾਂ ਨੂੰ ਬਹੁਤ ਪਿਆਰ ਕੀਤਾ ਗਿਆ। Christ has loved us, ਪ੍ਰਭੂ ਯਿਸੂ ਮਸੀਹ ਨੇ ਸਾਨੂੰ ਪਿਆਰ ਕੀਤਾ, and we cannot
live without His love. ਅਸੀਂ ਵੀ ਉਹਦੇ ਪਿਆਰ ਤੋਂ ਬਗੈਰ, ਉਹ ਤੋਂ ਬਗੈਰ ਅਸੀਂ ਜੀ ਨਹੀਂ ਸਕਦੇ। Keep us, Lord, from ਪ੍ਰਭੂ backsliding, ਸਾਨੂੰ ਠੰਡੇ ਪੈਣ ਤੋਂ ਬਚਾ ਕੇ ਰੱਖੋ, from being half awake and half asleep. ਅੱਧੇ ਸੁੱਤੇ ਅੱਧੇ ਜਾਗਣ ਤੋਂ ਸਾਨੂੰ ਬਚਾ ਕੇ ਰੱਖੋ। Help us, Lord, to always love Him and walk with Him. ਸਾਡੀ ਮਦਦ ਕਰੋ ਪ੍ਰਭੂ ਕਿ ਅਸੀਂ ਹਮੇਸ਼ਾ ਹਮੇਸ਼ਾ ਆਪਣੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੂੰ ਪਿਆਰ ਕਰੀਏ, So that we can say, I am my beloved's and my beloved is ਤੇ mine. ਕਿਸੇ ਵੀ ਕਹਿ ਸਕੀਏ ਕਿ ਮੈਂ ਆਪਣੇ ਪਿਆਰੇ ਦੀ ਹੈਗੀ, ਮੇਰਾ ਪਿਆਰਾ ਮੇਰਾ ਹੈਗਾ। Amen. ਆਮੀਨ। Thank you for listening to this message. For further information, visit www.emmanuelhansworth.org.uk.